ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਇੰਡੀਆ ਪਲੱਸ USA। ਮੈਂ ਮਨਪ੍ਰੀਤ ਕੌਰ ਤੁਹਾਡੇ ਲਈ ਲੈ ਕੇ ਆਈ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਪਹੁੰਚੇ ਨਵਜੋਤ ਸਿੱਧੂ। ਸੁਖਬੀਰ ਬਾਦਲ ਸ਼ਹੀਦ ਸਾਲਾਸਰ ਧਾਮ ਲਈ ਹੋਏ ਰਵਾਨਾ, ਬੋਲੇ ਪੰਜਾਬ ਲਈ ਕਰਾਂਗਾ ਅਰਦਾਸ। ਆਪਣੀ ਸਰਕਾਰ ਨੂੰ ਅੜੇ ਹੱਥੇ ਲੈ ਰਹੇ ਨਵਜੋਤ ਸਿੱਧੂ ਨੂੰ ਕੱਟੜ ਵਿਰੋਧੀ ਮਜੀਠੀਆ ਨੇ ਲਾਏ ਰਗੜੇ। ਬਠਿੰਡਾ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਸਾਨੀ ਹੱਕ ਲਈ ਹਾਜ਼ਰ ਸੰਗਤਾਂ ਨੂੰ ਕੀਤਾ ਵਾਅਦਾ। ਪੰਜਾਬ ਕਾਂਗਰਸ 'ਚ ਵੱਡਾ ਧਮਾਕਾ, MLA ਫਤਿਹ ਜੰਗ ਨੇ ਮੰਗਿਆ ਰੰਧਾਵਾ ਦਾ ਅਸਤੀਫਾ। ਕਿਸਾਨਾਂ ਨੂੰ ਕੁਚਲਣ ਵਾਲਿਆਂ ਨਾਲ ਭਾਜਪਾ ਸਰਕਾਰ ਖੜੀ ਹੈ, ਪ੍ਰਿਯੰਕਾ ਗਾਂਧੀ। ਉਪ ਮੁੱਖ ਮੰਤਰੀ ਦੇ ਜਵਾਈ ਨੂੰ ਪੰਜਾਬ ਗ੍ਰਹਿ ਵਿਭਾਗ ਵਿੱਚ AG ਬਣਾਉਣਾ ਪੰਜਾਬ ਨਾਲ ਧੋਖਾ, ਰਾਘਵ ਚੱਡਾ। MSP ਦੇਣ ਤੋਂ ਕਿਉਂ ਭੱਜ ਰਹੀ ਹੈ ਕੇਂਦਰ ਸਰਕਾਰ, ਰਾਕੇਸ਼ ਟਕੈਤ ਨੇ ਵਿਖਾਈ ਸ਼ਰੇਆਮ ਹੋ ਰਹੀ ਠੱਗੀ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਪਹੁੰਚੇ ਨਵਜੋਤ ਸਿੱਧੂ। ਮੰਗਲਵਾਰ ਸਵੇਰੇ ਡੇਰਾ ਬਾਬਾ ਨਾਨਕ ਦੇ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਕੋਰੀਡੋਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਅਰਦਾਸ ਕਰਨ ਲਈ ਪੁੱਜੇ, ਪਰੰਤੂ ਪਾਕਿਸਤਾਨ ਵਾਲੇ ਪਾਸੇ ਸੰਘਣੀ ਧੁੰਦ ਹੋਣ ਕਾਰਨ ਕਰੀਬ 25 ਮਿੰਟ ਕੌਮਾਂਤਰੀ ਸਰਹੱਦ ਤੇ ਦੂਰਬੀਨਾਂ ਰਾਹੀਂ ਦਰਸ਼ਨ ਕਰਨ ਤੋਂ ਬਾਅਦ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਨਿਰਮਾਣ ਕੀਤੇ ਗਏ ਕਰਤਾਰਪੁਰ ਪੈਸੇਂਜਰ ਟਰਮੀਨਲ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਸਰਹੱਦ ਤੇ ਪੁੱਜਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਇਸ ਪਵਿੱਤਰ ਧਰਤੀ ਤੇ ਉਸਦੇ ਪਿਤਾ ਅਤੇ ਤਾਇਆ ਜੀ ਵੀ ਨਤਮਸਤਕ ਹੁੰਦੇ ਰਹੇ ਹਨ ਅਤੇ ਇਸ ਤੋਂ ਬਾਅਦ ਉਹ ਖੁਦ ਸਮੇਂ-ਸਮੇਂ ਤੇ ਇਸ ਪਵਿੱਤਰ ਸਥਾਨ ਤੇ ਆਉਂਦੇ ਰਹੇ ਹਨ। ਹਾਂਜੀ ਹਾਂਜੀ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹੁਣ ਤੇ ਖੁਆਈ ਵੈਸੇ ਤੇ ਅੱਜ ਹੀ ਚਾਹੀਦਾ ਸੀ, ਇਤਿਹਾਸਕ ਦਿਨ ਸੀਗਾ ਜਦੋਂ ਦੇਸ਼ ਦੇ ਬਾਕੀ ਧਾਰਮਿਕ ਤਲ ਤੁਸੀਂ ਆਏ ਹੋ ਤੇ ਮੈਂ ਸਮਝਿਆ ਹੋਰਨਾਂ ਨੂੰ ਵੀ ਆਉਣਾ ਚਾਹੀਦਾ ਸੀਗਾ। ਨਹੀਂ ਚਲੋ ਦੇਖੋ, ਇੱਕ ਆਸਥਾ ਹੁੰਦੀ ਹੈ। ਮੇਰਾ ਆਉਣ ਦਾ ਇੱਕ ਖਾਸ ਕਾਰਨ ਹੈ। ਮੈਂ ਮੰਨਦਾ ਕਿ ਇਹ ਬਾਬੇ ਦੀ ਮਿਹਰ ਨਾਲ ਹੀ ਖੁੱਲਿਆ ਸੀ ਤੇ ਉਹਦੀ ਮਿਹਰ ਨਾਲ ਹੀ ਦੁਬਾਰਾ ਖੁੱਲਣਾ, ਠੀਕ ਹੈ ਕਿ ਨਹੀਂ? ਔਰ ਮੈਂ ਇਹ ਆਸਥਾ ਇਸ ਕਰਕੇ ਵੀ ਲੈ ਕੇ ਆਇਆ ਵੀ ਉਹਦੇ ਦਰ ਦੇ ਉੱਤੋਂ ਜੋ ਪ੍ਰਕਾਸ਼ ਹੋਣਾ, ਸਾਡਾ ਤਾਂ ਮਾਂ-ਬਾਪ ਉਹੀ ਹੈ ਨਾ, ਉਹਦੇ ਦਰ ਤੋਂ ਜੋ ਪ੍ਰਕਾਸ਼ ਹੋਣਾ ਹੈ ਉਹਨੇ ਦੁਨੀਆ ਨੂੰ ਸੇਧ ਦੇਣੀ, ਸਿਦਕ ਦੇਣੀ। ਉਹ ਸਾਡਾ ਚਾਨਣ ਮੁਨਾਰਾ ਹੈ। ਜਿੱਥੇ ਜਦੋਂ ਸਿੱਖ ਸਾਫਾ ਲਾਉਂਦਾ ਹੈ, ਕੋਈ ਧਰਮ ਦਾ ਬੰਦਾ ਸਾ ਜਗਤ ਗੁਰੂ ਹੈ, ਤੇ ਉਹਨੂੰ ਸੋਝੀ ਵੀ ਮਿਲਦੀ ਹੈ, ਉਹਨੂੰ ਦਿਸ਼ਾ ਵੀ ਮਿਲਦੀ ਹੈ, ਆਪਸੀ ਭਾਈਚਾਰੇ ਨੂੰ ਬਲ ਮਿਲਦਾ ਹੈ। ਬਾਬੇ ਦੇ ਫਲਸਫੇ ਦਾ ਇੱਕ ਪ੍ਰਚਾਰ ਪ੍ਰਸਾਰ ਹੁੰਦਾ ਹੈ। ਕਹਿੰਦੇ ਨਾ, ਜਦੋਂ ਜਨਮ ਹੋਇਆ ਸੀ ਮਿੱਟੀ ਧੁੰਦ ਜਗ ਚਾਨਣ ਹੋਇਆ। ਉਹ ਚਾਨਣ ਚਾਹੀਦਾ ਹੈ। ਇਹ ਮਤਲਬ ਇਹ ਆਸਰਾ ਸਾਨੂੰ ਚਾਹੀਦਾ ਹੈ। ਝੁਲਸਦੇ ਲੋਕਾਂ ਨੂੰ ਇਹ ਆਸਰਾ ਚਾਹੀਦਾ ਹੈ। ਇਸ ਕਰਕੇ ਮੈਂ ਉਹੀ ਅਰਦਾਸ ਕਰਨ ਆਇਆ ਕਿ ਇਹ ਬਾਬਾ ਮਿਹਰ ਕਰ, ਇਹ ਲਾਂਘਾ ਖੋਲ, ਕਿਉਂਕਿ ਤੂੰ ਸਾਡਾ ਮਾਈ ਬਾਪ ਹੈ, ਤੂੰ ਸਾਡਾ ਮੁੱਢ ਹੈ, ਤੂੰ ਸਾਡੀ ਜੜ। ਤੇਰਾ ਜਿਹੜਾ ਮੰਤਰ ਉਹ ਵੀ ਸਾਡਾ ਮੂਲ ਹੈ, ਜੜ। ਉਹਨੂੰ ਸੀਂਚ ਕੇ ਹੀ ਕੋਈ ਸਿੱਖ ਪ੍ਰਗਟ ਗੁਰਾਂ ਕੀ ਦੇਹ ਵੱਲ ਵੱਧਦਾ, ਨਹੀਂ ਸਮਝਦੇ? ਤੇ ਉਹ ਜਦੋਂ ਚਾਨਣ ਸਾਰੇ ਪਾਸੇ ਫੈਲਿਆ, ਔਰ ਜਿਹੜਾ ਉਸ ਜਗ੍ਹਾ ਦਾ ਊਰਜਾ ਹੈ ਨਾ, ਉਸ ਜਗ੍ਹਾ ਦੀ, ਬੇਟਾ ਉਹ ਬਿਆਨ ਤੋਂ ਬੜੀ ਪਰੇ ਹੈ। ਕੋਈ ਆਪਣੇ ਧਰਮ ਸਥਲੀ ਮੱਕਾ ਹੋਵੇ, ਕੋਈ ਹੋਵੇ, ਕਿਸੇ ਦਾ ਵੀ ਹੋਵੇ, ਉਹ ਉੱਥੋਂ 5 ਕਿਲੋਮੀਟਰ ਦੂਰੋਂ ਦਰਸ਼ਨ ਕਰੇ, ਉਹ ਜੱਚਦੀ ਨਹੀਂ ਨਾ ਗੱਲ, ਹੈ ਨਹੀਂ? ਸਰਕਾਰਾਂ ਕੋਲ ਬੜੀਆਂ ਵਿਨਤੀਆਂ ਕਰ ਲੀਆਂ ਤੇ ਹੁਣ ਬਾਬੇ ਨੂੰ ਹੀ ਕਰਨੀ ਹੈ ਵੀ ਮਿਹਰ ਕਰ, ਤੇਰੀ ਕਿਰਪਾ ਦੇ ਨਾਲ ਹੀ ਫੇਰ ਲਾਂਘਾ ਖੁੱਲ੍ਹਣਾ। ਤੇ ਮੈਂ ਇਹ ਵੀ ਮੈਂ ਇੱਥੇ ਅਰਦਾਸ ਕਰਨ ਆਇਆ, ਜਿਹੜੀ ਕਿ ਮੇਰੇ ਦਿਲ ਦੀ ਤਾਂਘ ਹੈ, ਕਿ ਆਪਣੇ ਕਿੱਤੇ ਨੂੰ ਜਿਨ੍ਹਾਂ ਦੇ ਲੜ ਲਾ ਕੇ ਗਿਆ ਸੀ, ਅੰਨਦਾਤਾ ਬਣਾ ਕੇ ਗਿਆ ਸੀ, ਉਹਨੂੰ ਉੱਤਮ ਦਰਜਾ ਦੇ ਕੇ ਗਿਆ ਸੀ, ਉੱਤਮ ਖੇਤੀ। ਉਹ ਵੀ ਘਰਾਂ ਨੂੰ ਨਹੀਂ ਵਰਤੇ, ਸੜਕਾਂ ਤੇ ਨੇ। ਕੁਛ ਐਸਾ ਪ੍ਰਤਾਪ ਤੇਰਾ ਹੋਵੇ ਕਿ ਉਹ ਘਰ ਪਰਤਨ ਜਿੱਤ ਤੇ ਉਹਨਾਂ ਦੀ ਪੱਕੀ ਹੈ। ਦੁਨੀਆ 'ਚ ਕੋਈ ਕਿਸਾਨ ਮੂਵਮੈਂਟ ਨੂੰ ਹਰਾ ਨਹੀਂ ਸਕਿਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਕਾਨੂੰਨ ਲੰਗੜੇ ਆ, ਅਸੀਂ ਵਿਧਾਨ ਸਭਾ ਦੇ ਵਿੱਚ ਬਿਲਕੁਲ ਹੀ ਖਤਮ ਕਰ ਦੇਣੇ ਆ। ਜਦ ਤੱਕ ਸਾਡੀਆਂ ਰਗਾਂ 'ਚ ਲਹੂ ਹੈ,
ਇਹ ਕਾਨੂੰਨ ਲਾਗੂ ਨਹੀਂ ਹੋਣ ਦਿੰਦੇ ਅਸੀਂ, ਇਹ ਭੁੱਲ ਜੇ ਕੋਈ। ਲੇਕਿਨ ਇਹ ਵੀ ਗੱਲ ਪੱਕੀ ਹੈ ਕਿ ਜੋ ਬਾਬੇ ਨਾਨਕ ਦਾ ਕਿੱਤਾ ਹੈ, ਇੱਕ ਸਮਾਜਿਕ ਸੰਘਰਸ਼ ਹੈ, ਇਹ ਸਮਾਜਿਕ ਸੰਘਰਸ਼ ਜਿਹੜਾ ਹੈ ਇਹ ਆਰਥਿਕ ਤਾਕਤ ਬਣ ਕੇ ਉੱਭਰੇ। ਇੱਜ਼ਤ ਦੀ ਰੋਟੀ ਉਹਦੇ ਭਾਈ ਲਾਲੋ ਜਿਹੜੇ ਨੇ, ਜਿਨ੍ਹਾਂ ਦੀ ਰੋਟੀ ਚੋਂ ਅੱਜ ਵੀ ਦੁੱਧ ਨਿਕਲਦਾ, ਉਹਨਾਂ ਨੂੰ ਉਹਨਾਂ ਦੀ ਇੱਜ਼ਤ ਬਹਾਲੀ ਹੋਵੇ, ਉਹ ਆਪ ਸੰਪੰਨ ਹੋਣ ਤੇ ਦੁਨੀਆ ਦੇ ਵਿੱਚ ਉਹਨਾਂ ਦਾ ਜੈ ਜੈਕਾਰ ਹੋਵੇ। ਕਿਉਂਕਿ ਉਹ 60% ਆਬਾਦੀ ਹੈ, ਉਹ 60% ਆਬਾਦੀ ਦੇ ਉੱਤੇ ਰਾਜਨੀਤਿਕ ਤਾਕਤ ਕਿਸੇ ਹੋਰ ਦੀ ਕਿਉਂ ਹੋਵੇ, ਵਿੱਤੀ ਤਾਕਤ ਕਿਸੇ ਹੋਰ ਦੀ ਕਿਉਂ ਹੋਵੇ। ਇਸ ਕਰਕੇ ਇਹ ਵੀ ਬੜੀ ਵੱਡੀ ਅਰਦਾਸ ਹੈ, ਇਹ ਵੀ ਸਾਡੀ ਅੱਜ ਬੜੀ ਵੱਡੀ ਦਿਲ ਦੀ ਤਾਂਘ ਹੈ ਕਿ ਜਿੱਥੇ 600-700 ਬਲੀਦਾਨ ਹੋ ਗਏ ਕਿਸਾਨ ਵੀਰਾਂ ਦੇ, ਅੱਜ ਕਿਉਂ ਉਹ ਘਰ ਨਹੀਂ ਪਰਤੇ। ਭਰੋਸਾ ਆਵੇ, ਇੱਕ ਰੋਡ ਮੈਪ ਹੋਵੇ, ਉਹਨਾਂ ਦੀ ਸਹਿਮਤੀ ਦੇ ਨਾਲ ਇੱਕ ਐਸਾ ਰਸਤਾ ਬਣੇ ਜਿੱਥੋਂ ਕਿਸਾਨੀ ਨਾ ਸਿਰਫ ਉਜਾਗਰ ਹੋਵੇ ਬਲਕਿ ਸੰਪੰਨ ਹੋਵੇ। ਔਰ ਜੋ ਮੈਂ ਕਹਿ ਰਿਹਾ, ਇਸ ਮਕਸਦ ਲਈ ਮੈਂ ਜੀ ਰਿਹਾ ਔਰ ਇਹ ਪੂਰਾ ਹੋ ਕਿ ਉਹਨਾਂ ਦੇ ਨਾਲ ਬੈਠ ਕੇ ਇੱਕ ਸਾਂਝਾ ਰੋਡ ਮੈਪ ਤੈਅ ਹੋਵੇ ਜਿੱਥੇ ਇਹ ਸੋਸ਼ਲ ਮੂਵਮੈਂਟ, ਇਹ ਕੋਈ ਭਰਮ 'ਚ ਨਾ ਰਹੇ, ਇਹ ਕਿਸੇ ਪੋਲੀਟੀਸ਼ੀਅਨ ਦੀ ਦੇਣ ਨਹੀਂ ਹੈ, ਇਹ ਸਿਰਫ ਇੱਕ ਸੋਸ਼ਲ ਸਮਾਜਿਕ ਮੂਵਮੈਂਟ ਹੈ, ਆਮ ਬੰਦਿਆਂ ਦੀ ਮੂਵਮੈਂਟ ਹੈ। ਔਰ ਇਹਦਾ ਬਲ ਜਿਹੜਾ ਹੈ ਉਹ ਐਡਾ ਮਤਲਬ ਹਿਮਾਲੇ ਪਰਬਤ ਤੋਂ ਉੱਚਾ ਹੈ। ਇਹ ਇੱਕ ਆਰਥਿਕ ਤਾਕਤ, ਇੱਜ਼ਤ ਦੀ ਰੋਟੀ, ਇਹੀ ਮੰਗਦੇ ਆ, ਆਰਥਿਕ ਤਾਕਤ ਦੇ ਵਿੱਚ ਤਬਦੀਲ। ਇਹੀ ਮੇਰੀ ਅਰਦਾਸ ਹੈ। ਬੈਠਾਂਗੇ ਜਿਉਂ-ਜਿਉਂ ਸੂਰਜ ਦਾ ਚਾਨਣ ਹੋਊਗਾ, ਊਰਜਾ ਨਾਲ ਇੱਕ ਰਹਿਣ ਦਾ ਜੀ ਕਰਦਾ। ਇਸੇ ਤਰ੍ਹਾਂ ਕਰੋੜਾਂ ਸ਼ਰਧਾਲੂਆਂ ਦੀ ਤਾਂਘ ਹੈ, ਪਿਆਸ ਹੈ ਬਾਬੇ ਦੇ ਜਿਹੜੀ ਕਿਰਤ ਕੀਤੀ ਹੋਈ ਜਗ੍ਹਾ ਉੱਥੇ ਸਾਫਾ ਲਾ ਕੇ ਸੇਧ ਲੈਣ ਦਾ। ਸਾਡਾ ਚਾਨਣ ਮਨਾਰਾ, ਸਾਡਾ ਮਾਪਾ ਇਹੀ ਹੈ। ਲੋਕਾਂ ਦੇ ਮਾਪੇ ਹੁੰਦੇ, ਮੈਂ ਤੇ ਮੇਰੇ ਮਾਂ-ਬਾਪ ਦੇ ਜਾਣ ਤੋਂ ਬਾਅਦ ਇਹਨਾਂ ਨੂੰ ਹੀ ਆਪਣੇ ਮਾਪੇ ਮੰਨਿਆ। ਸਾਡਾ ਮਾਈ ਬਾਪ ਇਹ ਹੈ। ਅੱਜ ਦੀ ਸਭ ਤੋਂ ਵੱਡੀ ਮੰਗ ਹੀ ਇਹ ਹੈ ਕਿ ਜਦੋਂ ਪਹਿਲਾ ਲਾਂਘਾ ਚੱਲਿਆ ਸੀ ਕੋਵਿਡ ਤੋਂ ਪਹਿਲਾਂ, ਇੱਕ ਦਿੱਕਤ ਪਰੇਸ਼ਾਨੀ ਨਹੀਂ ਹੋਈ। ਕਰੀਬ 70,000 ਬੰਦਿਆਂ ਨੇ ਇੱਥੇ ਦਰਸ਼ਨ ਦਿਦਾਰੇ ਕੀਤੇ। ਅਮਨ ਮਾਨ ਦਾ ਪ੍ਰਤੀਕ, ਆਪਸੀ ਭਾਈਚਾਰੇ ਦਾ ਪ੍ਰਤੀਕ, ਪੀਪਲ ਟੂ ਪੀਪਲ ਕੰਟੈਕਟ ਦਾ ਪ੍ਰਤੀਕ, ਅ ਕੋਰੀਡੋਰ ਆਫ ਇਨਫਿਨਿਟ ਪੋਸਿਬਿਲਿਟੀਜ਼, ਅਸੰਖ ਸੰਭਾਵਨਾਵਾਂ ਦਾ ਇਹ ਕੋਰੀਡੋਰ ਹੈ। ਔਰ ਇੰਨੀਆਂ ਸੰਭਾਵਨਾਵਾਂ ਨੇ ਜਿਹੜੀਆਂ ਅਨੰਤ ਕਹਿੰਦੇ ਆ ਨਾ, ਉਸ ਤਰੀਕੇ ਦੀ। ਦੂਜੀ ਗੱਲ, 75% ਲੋਕ ਜਿਹੜੇ ਇੱਥੇ ਆਉਂਦੇ ਆ ਉਹਨਾਂ ਕੋਲ ਪਾਸਪੋਰਟ ਹੈ ਨਹੀਂ। ਅੱਜ ਵੀ ਬਾਬਾ ਜੀ ਦੇ ਗੁਰਦੁਆਰੇ ਦਰਸ਼ਨ ਕਰਕੇ ਇੱਥੇ ਕਰੀਬ 5,000 ਬੰਦਾ ਦਰਸ਼ਨ ਕਰਨਾ। ਮੈਂ ਚਿੱਠੀ ਵੀ ਲਿਖਾਂਗਾ। ਮੇਰੀ ਹਿੰਦੁਸਤਾਨ ਦੇ ਹੋਮ ਮਿਨਿਸਟਰ ਸਾਹਿਬ ਨੂੰ ਇਹ ਦਰਖਾਸਤ ਹੈ। ਬਾਬੇ ਨਾਨਕ ਦਾ ਇੱਕ ਨਿਮਾਣਾ ਸਿੱਖ, ਉਹਦਾ ਨੌਕਰ, ਇੱਕ ਵਿਨਮਰ ਬੇਨਤੀ ਕਰ ਰਿਹਾ ਕਿ ਲੈਂਡ ਪੋਰਟ ਅਥਾਰਟੀ ਅੱਜ ਤੋਂ 1.5 ਸਾਲ ਪਹਿਲਾਂ ਵਚਨਬੱਧ ਹੋ ਕੇ ਕਹਿ ਕੇ ਗਈ ਸੀ ਕਿ ਉਹ 100 ਮੀਟਰ ਚੌੜਾ ਤੇ 60 ਮੀਟਰ ਉੱਚਾ ਇੱਥੇ ਦਰਸ਼ਨ ਸਥਲ ਬਣਾਉਣਗੇ। ਉਹ ਜਿਹੜਾ ਦਰਸ਼ਨ ਸਥਲ ਹੈ ਉਹਦੇ ਨਾਲ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਲੋਕ ਤ੍ਰਿਪਤ ਹੋ ਕੇ ਜਾਂਦੇ ਆ। ਮੈਂ ਜਾਣਦਾ ਕਿ ਮੇਰੇ ਤਾਇਆ ਜੀ ਇਸ ਮਿੱਟੀ ਨੂੰ ਆਪਣੀਆਂ ਅੱਖਾਂ ਦੇ ਉੱਤੇ ਲਾ ਕੇ ਰੋਂਦੇ ਹੁੰਦੇ ਸੀ। ਉਹੋ ਜਿਹੇ ਕਰੋੜਾਂ ਲੋਕ ਨੇ। ਮੇਰੀ ਇਹ ਬੇਨਤੀ ਹੈ, ਇਹ ਰਿਕੁਐਸਟ ਹੈ ਹੋਮ ਮਿਨਿਸਟਰ ਨੂੰ ਔਰ ਭਾਰਤ ਸਰਕਾਰ ਨੂੰ ਕਿ ਤੁਹਾਡੇ ਸਿਕਿਉਰਿਟੀ ਰੀਜ਼ਨ ਹੋ ਸਕਦੇ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। ਮੈਂ ਤਾਂ ਬਾਬੇ ਦੀ ਮਿਹਰ ਦੇ ਵਿੱਚ ਵਿਸ਼ਵਾਸ ਰੱਖਦਾ। ਜਦੋਂ ਬਾਬੇ ਦੀ ਮਿਹਰ ਹੋਈ ਸੀ, ਲੱਖ ਵਿਰੋਧਾਂ ਦੇ ਬਾਵਜੂਦ ਵੀ ਇਹ ਲਾਂਘਾ ਖੁੱਲਿਆ ਸੀ ਔਰ ਇਹ ਲਾਂਘਾ ਖੁੱਲਣਾ ਹੀ ਖੁੱਲਣਾ, ਕਿਉਂਕਿ ਸਿੱਖਾਂ ਦੀ ਤਾਂਘ ਹੈ। ਸਿੱਖ ਇੱਥੋਂ ਊਰਜਾ ਲੈਂਦੇ ਹੈ। ਹਿੰਦੂ, ਮੁਸਲਮਾਨ, ਈਸਾਈ, ਹਰ ਧਰਮ ਇਸ
ਗੁਰੂਦੁਆਰੇ ਤੋਂ ਸੇਧ ਲੈਂਦਾ ਹੈ, ਜਗਤ ਗੁਰੂ ਹੈ ਬਾਬਾ ਜੀ। ਮੇਰੀ ਇਹ ਬੇਨਤੀ ਹੈ ਕਿ ਦਰਸ਼ਨ ਦੀਦਾਰੇ ਵਾਸਤੇ ਐਟਲੀਸਟ ਜੋ ਉਹ ਵਚਨ ਸੀ ਉਹ ਪੂਰਾ ਹੋਵੇ। ਦੇਰੀ ਕਿਉਂ ਸਮਝਦੇ ਹੋ, ਕਿਉਂ ਹੋ ਰਹੀ ਹੈ ਦੇਰੀ? ਦੇਖੋ ਇਹਦਾ ਜਵਾਬ ਉਹ ਦੇ ਸਕਦੇ ਆ, ਲੇਕਿਨ ਮੈਂ ਇੱਕ ਚਿੱਠੀ ਵੀ ਲਿਖੂੰਗਾ, ਰਿਮਾਈਂਡਰ ਵੀ ਦੂੰਗਾ। ਅੱਛਾ ਇਹ ਵੀ ਹੈ ਵੀ ਉਹਦੇ 'ਚ ਕੋਈ ਪੈਸੇ ਜ਼ਿਆਦਾ ਖਰਚ ਨਹੀਂ ਹੋਣੇ, ਇੱਕ ਥੋੜੀ ਜਿਹੀ ਇੱਛਾ ਸ਼ਕਤੀ ਦੀ ਗੱਲ ਹੈ, ਪੋਲੀਟੀਕਲ ਵਿਲ ਦੀ ਗੱਲ ਹੈ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਕੰਟਰੈਕਟ ਦੀ ਗੱਲ ਹੈ ਜਾਂ ਫਲਾਣੇ ਦੀ ਗੱਲ ਹੈ ਤੇ ਉਹ ਪੰਜਾਬ ਸਰਕਾਰ ਨੂੰ ਕਹਿਣ। ਤੇ ਮੈਂ ਇਹ ਤੁਹਾਨੂੰ ਗਾਰੰਟੀ ਦਿੰਦਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਦੇ ਉੱਤੇ ਉਹ ਕੰਮ ਕਰਕੇ ਦੇਊਗੀ, ਕਿਉਂਕਿ ਘੱਟ ਤੋਂ ਘੱਟ ਨਹੀਂ 4-5 ਦੂਰਬੀਨਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਜਦੋਂ ਇਹੋ ਜਿਹਾ ਸਮਾਂ ਆਉਂਦਾ, ਹੁਣ ਦੇਖੋ ਤੁਸੀਂ ਪੂਰਾ ਖੁੱਲਾ ਦਰਸ਼ਨ ਦੀਦਾਰ ਹੁੰਦਾ ਹੈ। ਦੇਖੋ ਅਸੀਂ ਤੇ ਇਹੀ ਚਾਹਾਂਗੇ ਕਿ ਇਹ ਲਾਂਘਾ ਖੁੱਲਾ ਰਹੇ, ਪਰ ਜੇ ਇਨ ਕੇਸ ਇਹ ਬੰਦ ਵੀ ਹੁੰਦਾ ਕਿਸੇ ਕਾਰਨ ਵਰਸ਼, ਤੇ ਫਿਰ ਉਹ ਜਿਹੜੀ ਲੈਂਡ ਪੋਰਟ ਅਥਾਰਟੀ ਵਾਲੀ ਜਿਹੜੀ ਥਾਂ ਹੈ 100 ਮੀਟਰ ਚੌੜੀ 60 ਮੀਟਰ ਉੱਚੀ, ਉੱਥੇ ਆ ਕੇ ਹਰੇਕ ਬੰਦੇ ਨੂੰ ਇੰਨਾ ਅਖਤਿਆਰ ਹੋਵੇ ਕਿ ਉਹ ਬਾਬਾ ਜੀ ਦੇ ਦਰ ਦੇ ਖੁੱਲੇ ਦਰਸ਼ਨ ਦੀਦਾਰੇ ਕਰਕੇ ਜਾਵੇ। ਵੇਖੋ ਇਸ ਧਰਮ ਸਥਲੀ ਦੇ ਉੱਤੇ ਤੁਸੀਂ ਦੇਖੋ ਊਰਜਾ ਹੀ ਅਲੱਗ ਹੈ। ਮੈਂ ਕਦੇ ਸਿਆਸਤ ਨਹੀਂ, ਔਰ ਮੈਂ ਮਤਲਬ ਮੈਂ ਕਦੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਪਿਆ। ਮੈਂ ਤੇ ਇੰਨਾ ਕਹਿਣਾ ਵੀ 21 ਪੁਸ਼ਤਾਂ ਸਾਡੀਆਂ ਦਿਨਾਂ ਨਹੀਂ ਦੇ ਸਕਦੀਆਂ ਉਸ ਬਾਬਾ ਜੀ ਦੀ ਮਿਹਰ ਦੇ ਵੀ ਉਹਨੇ ਡਾਕੀਆ ਬਣਾਤਾ। ਸਰ ਜੇ ਗੱਲ ਕੀਤੀ ਜਾਵੇ ਇੱਕ ਗੱਲ ਮੈਂ ਜੋ ਕੁਝ ਵੀ ਕਹਿ ਰਿਹਾ ਅੰਤਰਾਤਮਾ ਤੋਂ ਕਹਿ ਰਿਹਾ, ਅਰਦਾਸ ਕਰਕੇ ਔਰ ਇਹ ਅਰਦਾਸ ਇਸੇ ਕਰਕੇ ਕੀਤੀ ਹੈ। ਦੋ ਹੀ ਸਵੇਰੇ ਜਿਹੜੀ ਮੈਂ ਅਰਦਾਸ ਵੀ ਕੀਤੀ ਹੈ ਉਹ ਇੱਕੋ ਹੀ ਮਤਲਬ ਗੱਲ ਹੀ ਇਹ ਹੈ ਕਿ ਤੇਰੀ ਮਿਹਰ ਨਾਲ ਖੁੱਲਿਆ ਸੀ, ਮਿਹਰ ਕਰ ਬਾਬਾ, ਇਹ ਲਾਂਘਾ ਖੋਲ। ਕੇਂਦਰ ਨੇ ਬੰਦ ਕੀਤਾ। ਮੈਂ ਕਿਹਾ ਫਿਰ ਦੇਖੋ ਉਸ ਸੁਪਰੀਮ ਪ੍ਰੋਵਾਈਡਿੰਗ ਤਾਕਤ ਦੇ ਅੱਗੇ ਕਿਹੜਾ ਕੇਂਦਰ? ਸਾਡਾ ਤਾਂ ਸਾਰਾ ਕੇਂਦਰ ਬਿੰਦੂ ਹੀ ਉਹ ਹੈ। ਤੇ ਪਹਿਲਾਂ ਕਿਸੇ ਨੇ ਰੋਕ ਲਿਆ ਤੇ ਸਾਰਿਆਂ ਨੇ ਆ ਕੇ ਉਸੇ ਨੂੰ ਨਮਨ ਕਰਕੇ ਖੋਲਿਆ ਨਾ, ਅਰਦਾਸਾਂ ਕਬੂਲ ਹੋਈਆਂ ਨਾ। ਤੇ ਅੱਜ ਵੀ ਉਹਦੀ ਮਿਹਰ ਮੰਗਦਾ ਮੈਂ ਤੇ ਅੱਜ ਵੀ ਅਰਦਾਸ ਕੀਤੀ ਹੈ ਕਿ ਭਾਈ ਪੰਜਾਬ ਦੇ ਕਲਿਆਣ 'ਚ ਸਾਡਾ ਕਲਿਆਣ ਨਿਹਿਤ ਕਰ। ਪੰਜਾਬ ਦਾ ਕਲਿਆਣ ਤੇਰੇ ਦਰ ਦੇ ਉੱਤੇ ਸਾਫਾ ਲਾਏ ਬਿਨੇ ਨਹੀਂ ਹੁੰਦੇ, ਚਾਹੇ ਇੱਥੇ ਲਾਓ, ਚਾਹੇ ਦਰਬਾਰ ਸਾਹਿਬ ਲਾਓ, ਚਾਹੇ ਸਾਹਮਣੇ ਗੁਰਦੁਆਰੇ ਲਾਓ। ਇੱਥੋਂ ਦਾ ਅਸੀਂ ਤਾਕਤ ਪਾਉਂਦੇ ਹਾਂ, ਇੱਥੋਂ ਤੇ ਅਸੀਂ ਊਰਜਾ ਪਾਉਂਦੇ ਹਾਂ। ਤੋ ਇਸ ਕਰਕੇ ਦੂਜੀ ਅਰਦਾਸ ਇਹ ਕੀਤੀ ਸੀ ਕਿ ਭਾਈ ਬਾਬਾ ਜੀ ਕਿਰਤ ਸੱਭਿਆਚਾਰ ਤੁਸੀਂ ਦਿੱਤਾ ਪੰਜਾਬ ਨੂੰ, ਤੇ ਜਿਹੜੀ ਕਿਰਤ ਤੁਸੀਂ ਆਪ ਕਰਦੇ ਸੀ ਉਹ ਲੜ ਲਾ ਕੇ ਗਏ ਸੀ। ਇੱਥੇ 60% ਪੰਜਾਬੀ ਜਿਹੜੀ ਉਸ ਕਿੱਤੇ ਦੇ ਮਾਲਕ ਨੇ ਅੱਜ ਸੜਕਾਂ ਤੇ ਨੇ, ਉਹਨਾਂ ਨੂੰ ਘਰ ਪਰਤਾ, ਉਹਨਾਂ ਦੀ ਖਾਤਰ ਇੱਕ ਚੰਗਾ ਰੋਡ ਮੈਂ ਤਾਂ ਹਮੇਸ਼ਾ ਹੀ ਗੱਲ ਕਰਦਾ ਰਿਹਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਐਕਸਪਲੋਇਟ ਕੀਤਾ ਜਾ ਰਿਹਾ। ਉਹ ਅੰਨਦਾਤਾ ਨੇ, ਉਹੀ ਤੇਰੇ ਭਾਈ ਲਾਲੋ ਨੇ, ਉਹਨਾਂ ਦੀ ਰੋਟੀ ਚੋਂ ਹੀ ਦੁੱਧ ਅੱਜ ਨਿਕਲਦਾ ਹੈ। ਤੇ ਉਹ ਹੱਕ ਹਲਾਲ ਦੀ ਕਮਾਈ ਨੂੰ ਭਾਗ ਲਾ। ਕੋਈ ਬੈਰ ਨਹੀਂ ਹੈ ਮਲਿਕ ਭਾਗਵਾਂ ਨਾਲ ਵੀ, ਅਸੀਂ ਪਾਪੀ ਨਹੀਂ ਮਾਰਨੇ, ਪਾਪ ਮਾਰਨਾ ਸਮਝਿਆ। ਉਹਨਾਂ ਨੂੰ ਭਾਗ ਲਾ, ਉਹਨਾਂ ਦੀ ਇੱਜ਼ਤ ਦੀ ਰੋਟੀ, ਉਹਨਾਂ ਦਾ ਜਿਹੜਾ ਇਹ ਸੋਸ਼ਲ ਮੂਵਮੈਂਟ ਹੈ, ਇਹ ਸੋਸ਼ਲ ਮੂਵਮੈਂਟ ਨੂੰ ਇੱਕ ਆਰਥਿਕ ਮੂਵਮੈਂਟ ਦੇ ਵਿੱਚ ਤਬਦੀਲ ਕਰ। ਰਾਜਨੀਤਿਕ ਉਹ ਨਹੀਂ ਬਣਾਉਣਾ ਚਾਹੁੰਦੇ, ਠੀਕ ਕਹਿੰਦੇ, ਲੇਕਿਨ ਉਹ ਆਰਥਿਕ ਮੂਵਮੈਂਟ ਤੇ ਬਣ ਸਕਦੀ ਹੈ। ਇੱਜ਼ਤ ਦੀ ਰੋਟੀ ਉਹਨਾਂ ਨੂੰ ਤਾਂ ਮਿਲ ਸਕਦੀ ਹੈ ਨਾ। ਉਹਦੇ ਲਈ ਮੈਂ ਹਮੇਸ਼ਾ ਪੁਰਜ਼ੋਰ ਤਰੀਕੇ ਨਾਲ, ਔਰ ਉਹ ਆਪ ਆਪਣਾ ਨਿਰਣਾ ਤੈਅ ਕਰਨ, ਸਰਕਾਰ ਨੂੰ ਦੱਸਣ, ਤੇ ਫਿਰ ਜਿਹੜਾ ਨਾ ਤੁਰੇ ਉਹਨੂੰ ਲਾ ਦੇਣ। ਉਹਨਾਂ ਕੋਲ ਤਾਕਤ ਹੈ ਭਾਈ, ਭਾਵੇਂ ਕੋਲਡ ਸਟੋਰੇਜ ਹੋਣ, ਭਾਵੇਂ ਡਾਈਵਰਸੀਫਿਕੇਸ਼ਨ ਹੋਵੇ, ਝੋਨੇ ਤੋਂ ਪਾਸੇ ਜਾਣਾ ਹੋਵੇ, ਭਾਵੇਂ ਹੋਰ ਗੱਲਾਂ ਹੋਣ, ਲੇਕਿਨ ਉਹ ਇੱਥੇ ਦਾ ਮਸਲਾ ਨਹੀਂ ਹੈ। ਇੱਥੇ ਦਾ ਮਸਲਾ ਲੈਂਡ ਪੋਰਟ ਅਥਾਰਟੀ ਦਾ ਹੈ ਸਭ ਤੋਂ ਵੱਡਾ। ਅਰਦਾਸ ਅੱਡ ਚੀਜ਼ ਹੈ, ਕੁਝ ਮੰਗਾਂ ਨੇ ਉਹ ਅੱਡ ਚੀਜ਼ ਹੈ। ਉਹ ਤੇ ਜਾਇਜ਼ ਮੰਗ ਹੈ ਨਾ ਕਿ 2 ਸਾਲ ਪਹਿਲਾਂ ਜਦੋਂ ਇੱਥੇ ਅਸੀਂ ਆਉਂਦੇ, ਮੇਰੇ ਤਾਏ ਦੇ ਸਮੇਂ ਤੋਂ, ਸਾਡੇ ਪੁਰਖਿਆਂ ਦੇ ਸਮੇਂ ਤੋਂ ਲੋਕ ਇੱਥੇ ਆ ਕੇ ਦੂਰਬੀਨ ਨਾਲ ਦਰਸ਼ਨ ਦੀਦਾਰੇ ਕਰਕੇ ਆਪਣਾ ਨਮਨ ਕਰਕੇ ਇੱਥੋਂ ਜਾਂਦੇ ਹੁੰਦੇ ਸੀ। ਅੱਜ ਉਹ ਹੈ ਨਹੀਂ। ਅੱਜ ਵੀ 5000 ਲੋਕ ਇੱਥੇ ਆਉਂਦੇ ਆ, ਤੇ ਜੇ ਲਾਂਘਾ ਖੁੱਲ੍ਹਦਾ ਵੀ ਆ ਤੇ 75% ਕੋਲ ਪਾਸਪੋਰਟ ਨਹੀਂ ਹੈ। ਤੁਸੀਂ ਇਹੋ ਜਿਹੀਆਂ ਸਟ੍ਰਿੰਜੈਂਟ ਕੰਡੀਸ਼ਨਸ ਲਾ ਦਿੱਤੀਆਂ, ਸਮਝਦੇ ਹੋ। ਤੇ ਜਦੋਂ ਇਹ ਚੱਲਿਆ ਤੇ ਇੱਕ ਦਿੱਕਤ ਨਹੀਂ ਆਈ, 70000 ਲੋਕਾਂ ਨੇ ਦਰਸ਼ਨ ਕੀਤੇ। ਸੋ ਉਹ ਜਲਦ ਤੋਂ ਜਲਦ ਬਣੇ। ਜੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਸਾਨੂੰ ਕਹਿ ਦੇਣ ਭਾਈ,
ਤੇ ਪੰਜਾਬ ਸਰਕਾਰ ਵਡਭਾਗੀ ਸਮਝੂ ਆਪਣੇ ਆਪ ਨੂੰ ਵੀ ਇੱਥੇ ਐਡੀਸ਼ਨਲ ਬੋਰਡ ਦੇ ਚੇਅਰਮੈਨ ਰਮਨ ਬੈਲ ਨੇ ਅਸਤੀਫਾ ਦੇ ਦਿੱਤਾ ਤੇ ਨਹੀਂ ਇਹ ਗੱਲ ਆਮ ਆਦਮੀ ਪਾਰਟੀ ਇਹ ਗੱਲਾਂ ਇੱਥੇ ਨਹੀਂ। ਮੈਂ ਜੋ ਗੱਲ ਕਹਿਣੀ ਸੀਗੀ ਉਹ ਬਾਬਾ ਜੀ ਦੇ ਚਰਨਾਂ ਦੇ ਵਿੱਚ ਨਹੀਂ ਇਹ ਦੇਖੋ ਮੈਂ ਤੁਹਾਨੂੰ ਫਿਰ ਕਿਹਾ ਇਹ ਬਾਬੇ ਦਾ ਦਰ ਹੈ, ਇਹਨੂੰ ਯਾਰ ਇਹ ਪਾਕੀਜ਼ਾ ਦਰ, ਪਵਿੱਤਰ ਦਰ ਹੈ। ਵੈਸੇ ਪਰ ਜਿਹੜੇ ਇੱਥੇ ਜਿਹੜੀ ਨਹੀਂ ਯਾਰ ਜਿਹੜੀ ਊਰਜਾ ਹੈ ਨਾ ਇੱਥੇ, ਉਸ ਊਰਜਾ ਨੂੰ ਮੈਲਾ ਨਾ ਕਰੇ। ਸ਼ਾਮ ਨੂੰ ਕਰਾਂਗੇ ਉਹਦੀ ਸ਼ਾਮ ਨੂੰ ਕਰਾਂਗੇ, ਸਾਰਾ ਦਿਨ ਪਿਆ, ਸਾਰਾ ਸਮਾਂ ਪਿਆ ਯਾਰ। ਮੈਂ ਜੇ ਉਦੋਂ ਨਹੀਂ ਕੀਤੀ ਸਾਲ, ਮੈਨੂੰ ਕਿੰਨਿਆਂ ਨੇ ਕੀ ਕਿਹਾ, ਕੁਛ ਕਿਹਾ ਨਾ। ਇਹ ਜ਼ਰੀਆ ਮਾਤਰਾ, ਨਿਮਿਤ ਮਾਤਰਾ, ਕੱਖ ਵੀ ਨਹੀਂ ਸਮਝੇ। ਸੁਖਬੀਰ ਬਾਦਲ ਸ਼ਹੀਦ ਸਾਲਾਸਰ ਧਾਮ ਲਈ ਹੋਏ ਰਵਾਨਾ, ਬੋਲੇ ਪੰਜਾਬ ਲਈ ਕਰਾਂਗਾ ਅਰਦਾਸ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਸਵੇਰੇ ਰਾਜਸਥਾਨ ਦੇ ਸਾਲਾਸਰ ਧਾਮ ਲਈ ਰਵਾਨਾ ਹੋ ਗਏ ਹਨ। ਉਹਨਾਂ ਟਵੀਟ ਕੀਤਾ ਕਿ ਬਾਲਾਜੀ ਮਹਾਰਾਜ ਨੂੰ ਪ੍ਰਣਾਮ ਕਰਦੇ ਹੋਏ ਪੰਜਾਬ ਵਿੱਚ ਸਥਾਈ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਕਰਾਂਗਾ। ਭਗਵਾਨ ਬਾਲਾਜੀ ਸਾਡੇ ਸਾਰਿਆਂ ਤੇ ਆਪਣਾ ਆਸ਼ੀਰਵਾਦ ਦੇਵੇ। ਆਪਣੀ ਸਰਕਾਰ ਨੂੰ ਅੜੇ ਹੱਥੇ ਲੈ ਰਹੇ ਨਵਜੋਤ ਸਿੱਧੂ ਨੂੰ ਕੱਟੜ ਵਿਰੋਧੀ ਮਜੀਠੀਆ ਨੇ ਲਾਏ ਰਗੜੇ। ਠੀਕ ਹੈ ਜੀ, ਕਰ ਲਾ ਜੀ ਸ਼ੁਰੂ। ਪਹਿਲਾਂ ਤਾਂ ਜੀ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਕਿ ਤੁਹਾਡੀ ਉਡੀਕ ਲੰਮੀ ਕਰਾਈ ਆ। ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ, ਮਾਣ ਦੀ ਗੱਲ ਹੈ ਕਿ ਖਡੂਰ ਸਾਹਿਬ ਹਲਕੇ ਚੋਂ ਜਿਹੜੀ ਵੱਡੀ ਗਿਣਤੀ 'ਚ ਸਾਡੇ ਸਾਥੀ ਸਾਹਿਬਾਨ ਸਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਪਿਛਲੇ 2-2.5 ਸਾਲਾਂ ਦੇ ਨਾਲ ਉਹਨਾਂ ਨਾਲ ਚੱਲ ਰਹੇ ਸੀ। ਅੱਜ ਉਹਨਾਂ ਨੇ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕੁਛ ਉਹਨਾਂ ਤਾਕਤਾਂ ਦੇ ਹੱਥਾਂ 'ਚ ਖੇਡ ਰਹੀ ਆ ਜਿਹੜਾ ਸਿੱਧੇ ਤੌਰ ਤੇ ਪੰਜਾਬ ਦਾ ਨੁਕਸਾਨ ਕਰਨ ਦੀ ਜਿਨ੍ਹਾਂ ਦੀ ਸੋਚ, ਔਰ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ, ਪੰਥ ਦੀ ਚੜ੍ਹਦੀ ਕਲਾ ਨੂੰ ਧਿਆਨ 'ਚ ਰੱਖਦਿਆਂ ਹੋਇਆਂ, ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੁੰਦੇ ਹੋਇਆਂ ਅੱਜ ਸਤਿਕਾਰਯੋਗ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਉੱਥੇ ਇੱਕ ਰਹਿ ਗਏ ਸਨ, ਕਿਉਂਕਿ ਪਹਿਲਾਂ ਜਿਹੜੇ ਮੈਂਬਰ ਸੀ ਕੁਛ ਤਾਂ ਪਹਿਲਾਂ ਹੀ ਆ ਗਏ ਸੀ, ਚਾਹੇ ਉਹ ਸਾਡੇ ਸਤਿਕਾਰਯੋਗ ਪੱਖੋਕੇ ਸਾਹਿਬ ਸੀ, ਚਾਹੇ ਕਰਮੂਵਾਲਾ ਸਾਹਿਬ ਸੀ, ਮਗਰ ਵਹੀਂਪੋਈ ਸਾਹਿਬ ਬਲਵਿੰਦਰ ਸਿੰਘ ਜੀ ਤੇ ਨਾਲ ਹੀ ਸਾਡੇ ਸਤਿਕਾਰਯੋਗ ਚੇਅਰਮੈਨ ਸਾਹਿਬ ਆਪਣਾ ਸਰ ਹਰਭਜਨ ਸਿੰਘ ਜੀ, ਸਤਿਕਾਰਯੋਗ ਸਾਡੇ ਹਰਦੇਵ ਸਿੰਘ ਨਾਗੋਕੇ, ਬਾਕੀ ਆ ਜਿੰਨੇ ਵੀ ਸਰਪੰਚ ਸਾਹਿਬਾਨ, ਕਾਬਲ ਸਿੰਘ ਜੀ, ਤੁਸੀਂ ਆ ਨਾਂ ਜੇ ਪੜ੍ਹਦੇ ਹੋ ਸਾਰਿਆਂ ਦੇ, ਸਰਬਜੀਤ ਸਿੰਘ ਜੀ ਸਰਪੰਚ ਸਾਹਿਬ, ਤਰਲੋਕ ਸਿੰਘ ਜੀ ਸਾਬਕਾ ਸਰਪੰਚ ਜੀ, ਮਨਜਿੰਦਰ ਸਿੰਘ ਜੀ ਸਰਪੰਚ ਭੋਈਆਂ, ਅਮਰਜੀਤ ਸਿੰਘ ਜੀ ਖੇਲਾ ਸੀਨੀਅਰ ਮੀਤ ਪ੍ਰਧਾਨ ਇਹ ਸੀਗੇ ਜੀ ਉਹਦੇ ਸੰਯੁਕਤ ਦੇ, ਔਰ ਇਸੇ ਤਰ੍ਹਾਂ ਜਿਹੜੇ ਹਰਜੀਤ ਸਿੰਘ ਜੀ ਠੇਕੇਦਾਰ ਸਾਹਿਬ, ਕਸ਼ਮੀਰ ਸਿੰਘ ਜੀ ਆ ਫਤਿਹਬਾਦ ਜਿਹੜੇ ਸਰਕਲ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ, ਇਹ ਐਸਸੀ ਵਿੰਗ ਦੇ, ਇਸੇ ਤਰ੍ਹਾਂ ਕਈ ਸਰਕਲ ਦੇ ਪ੍ਰਧਾਨ ਤੇ ਹੋਰ ਕਈ ਅਹੁਦੇਦਾਰ ਸਾਹਿਬਾਨ। ਵੱਡੀ ਜੁਆਇਨਿੰਗ ਮੈਂ ਜਾ ਕੇ ਫੇਰ ਕਰਾਉਂਗਾ ਹਲਕੇ 'ਚ, ਮਗਰ ਅੱਜ ਜਿਹੜੇ ਅਹੁਦੇਦਾਰ ਸੀ, ਨਾਮੀ ਜਿਹੜੇ ਸੱਜਣ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ 'ਚ ਵੱਡੇ ਅਹੁਦੇ ਮਿਲੇ ਸਨ, ਉਹ ਸਾਰਿਆਂ ਹੀ ਨੇ ਅੱਜ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਬੂਲਦਿਆਂ ਅੱਜ ਘਰ ਵਾਪਸੀ ਕੀਤੀ ਆ। ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਇਹਨਾਂ ਸਾਰਿਆਂ ਨੂੰ ਔਰ ਹਰਮੀਤ ਸਿੰਘ ਜੀ ਸੰਧੂ ਸਾਹਿਬ ਨੂੰ, ਸਤਿਕਾਰਯੋਗ ਬਲਟੋਆ ਜੀ ਨੂੰ ਵਧਾਈ ਵੀ ਦਿੰਦਾ, ਇਹਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦਾ। ਸਾਬਕਾ ਹਰਭਜਨ ਸਿੰਘ ਜੀ ਜਵੰਦਪੁਰ, ਔਰ ਇਸੇ ਤਰ੍ਹਾਂ ਜਿਹੜੇ ਸਰਕਲ ਦੇ ਐਸਸੀ ਵਿੰਗ ਦੇ ਪ੍ਰਧਾਨ ਨੇ ਕਸ਼ਮੀਰ ਸਿੰਘ ਫਤਿਆਬਾਦ ਜ਼ਿਲ੍ਹੇ ਦੇ, ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਨੇ ਇਹ। ਇਸੇ ਤਰ੍ਹਾਂ ਉਹ ਸਰਕਲ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਦਾ ਕਿਹਨੂੰ, ਇੱਕ ਸਰਕਲ ਦੇ ਪ੍ਰਧਾਨ ਦਾ ਵੀ ਜ਼ਿਕਰ ਹੋਇਆ। ਇਸੇ ਤਰ੍ਹਾਂ ਹਰਦੇਵ ਸਿੰਘ ਨਾਗੋਕੇ,
ਔਰ ਇਹ ਆਪਣੇ ਸਾਹਿਬ ਬਲਵਿੰਦਰ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਈ ਪੰਚ ਸਰਪੰਚ, ਸਾਰੀ ਬੜੀ ਵੱਡੀ ਗਿਣਤੀ ਹੈ। ਫਿਰ ਉਹ ਨਾਵਾਂ ਦੇ ਚੱਕਰ 'ਚ ਪੈ ਜਾਾਂਗੇ। ਡਿਟੇਲਡ ਲਿਸਟ ਤੁਹਾਨੂੰ ਜਾਰੀ ਕਰ ਦਿਆਂਗੇ। ਜਿੱਥੇ ਅੱਜ ਇਹ ਸਾਡੇ ਵਾਸਤੇ, ਸ਼੍ਰੋਮਣੀ ਅਕਾਲੀ ਦਲ ਵਾਸਤੇ ਔਰ ਖਾਸ ਤੌਰ ਤੇ ਤਰਨਤਾਰਨ ਜ਼ਿਲ੍ਹੇ ਦੇ ਨਾਲ ਸੰਬੰਧਿਤ, ਉਸ ਜ਼ਿਲ੍ਹੇ ਨਾਲ ਸੰਬੰਧਿਤ ਇਹ ਬਹੁਤ ਇੱਕ ਅਹਿਮ ਜੁਆਇਨਿੰਗ ਸੀ। ਔਰ ਮੈਂ ਕਹਿ ਸਕਦਾ ਬੜੇ ਲੰਮੇ ਸਮੇਂ ਤੋਂ ਸਾਡੀ ਕੋਸ਼ਿਸ਼ ਸੀ ਕਿ ਪਰਿਵਾਰ ਇਕੱਠਾ ਹੋਵੇ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਪਰਿਵਾਰ ਇਕੱਠਾ ਹੋਇਆ। ਔਰ ਮੈਂ ਸਮਝਦਾ ਹੁਣ ਆਉਣ ਵਾਲੇ ਸਮੇਂ 'ਚ ਤਰਨਤਾਰਨ ਜ਼ਿਲ੍ਹੇ 'ਚ ਸਾਨੂੰ ਹੋਰ ਵੱਡੀ ਮਜ਼ਬੂਤੀ ਮਿਲੀ ਹੈ। ਦੂਜੀ ਗੱਲ ਜਿਹਦੇ ਕਰਕੇ ਮੈਂ ਤੁਹਾਨੂੰ ਯਾਦ ਕੀਤਾ, ਦੇਖੋ ਅੱਜ ਇੱਕ ਦਿਨ ਦਾ ਸੈਸ਼ਨ 8 ਤਰੀਕ ਨੂੰ ਸੱਦਿਆ ਗਿਆ ਸੀ ਔਰ 8 ਨੂੰ ਇਹ ਕਹਿ ਕੇ ਸੱਦਿਆ ਗਿਆ ਸੀਗਾ ਕਿ ਅਸੀਂ ਇੰਪੋਰਟੈਂਟ ਮੁੱਦੇ, ਚਾਹੇ ਉਹ BSF ਦੀ ਜੂਰਿਸਡਿਕਸ਼ਨ ਦੀ ਆ, ਚਾਹੇ ਉਹ ਹੋਰ ਮੁੱਦੇ, ਉਹ ਡਿਸਕਸ ਕਰਾਂਗੇ। ਮਗਰ ਰਾਤ ਦੇ 10 ਵਜੇ ਪ੍ਰੋਗਰਾਮ ਬਦਲ ਕੇ ਕੇਵਲ ਤੇ ਕੇਵਲ ਉਹਨੂੰ ਸ਼ਰਧਾਂਜਲੀ ਸਮਾਰੋਹ 'ਚ ਬਦਲ ਕੇ ਇੱਕ ਦਿਨ ਦਾ ਸੈਸ਼ਨ ਕਰਤਾ। ਔਰ ਸ਼ਾਇਦ ਪਿਛਲੇ ਲੰਮੇ ਸਮੇਂ 'ਚ ਕਦੇ ਨਹੀਂ ਹੋਇਆ ਕਿ ਸੈਸ਼ਨ ਸੱਦਿਆ ਗਿਆ ਹੋਵੇ, ਸ਼ਰਧਾਂਜਲੀਆਂ ਤੱਕ ਸੀਮਿਤ ਕਰਕੇ 2 ਦਿਨ ਦੀ ਅੱਗੇ ਬ੍ਰੇਕ ਦੇ ਦਿੱਤੀ ਕਿ ਅਸੀਂ ਹੁਣ 11 ਨੂੰ ਸੱਦਾਂਗੇ। ਇਸ ਗੱਲ ਤੋਂ ਕੀ ਗੱਲ ਸਾਫ਼ ਹੋਈ ਹੈ ਕਿ ਇਹ ਜਿਹੜਾ ਸੈਸ਼ਨ ਹੈ, ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਇਹ ਸੈਸ਼ਨ ਤੋਂ ਆਸ ਕੋਈ ਨਾ ਰੱਖਿਓ। ਜਿਵੇਂ ਪੰਜਾਬ ਦੀ ਕਾਂਗਰਸ ਸਰਕਾਰ ਦਾ ਇੱਕ ਕੱਲਾ ਜੁਮਲਾ ਹੈ, ਇਹ ਸੈਸ਼ਨ ਇੱਕ ਜੁਮਲਾ ਬਣ ਕੇ ਰਹਿ ਜਾਣਾ, ਕਿਉਂਕਿ ਸੈਸ਼ਨ 'ਚ ਜਿੰਨੇ ਵੀ ਇਹਨਾਂ ਨੇ ਮੁੱਦੇ ਰੱਖੇ ਆ ਉਹਦੇ ਨਾਲ ਪੰਜਾਬ ਦੀ ਲੋਕਾਂ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਉਣੀ। ਇਹ ਕੇਵਲ ਤੇ ਕੇਵਲ ਇੱਕ ਜੁਮਲਾ, ਇਲੈਕਸ਼ਨ ਨੂੰ ਸਮਰਪਿਤ ਇੱਕ, ਮੈਂ ਕਹਿ ਸਕਦਾ ਇਹਨਾਂ ਦਾ ਇੱਕ ਕਾਰਵਾਈ ਹੈ, ਇੱਕ ਜਿਵੇਂ ਤੁਸੀਂ ਸਮਝ ਲਓ ਇੱਕ ਸਟੇਜ ਸ਼ੋਅ ਹੈ। ਔਰ ਇੰਨੇ ਅਫਸੋਸ ਦੀ ਗੱਲ ਹੈ ਕਿ ਜਦੋਂ ਪੰਜਾਬ ਇੱਕ ਪਾਸੇ ਅਸੀਂ ਆਪਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰ ਪਾ ਰਹੇ, ਰੋਜ਼ ਟੀਚਰ ਸਾਹਿਬਾਨਾਂ ਨੂੰ ਕੁੱਟ ਪੈਂਦੀ ਹੈ, ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਜਾਰੀ ਹੁੰਦੀਆਂ, ਗੰਨੇ ਦੇ ਬਕਾਏ ਰਹਿੰਦੇ ਆ, ਕਿਸਾਨ ਖੁਦਕੁਸ਼ੀ ਕਰ ਰਹੇ ਆ, ਉਹਨਾਂ ਹਾਲਾਤਾਂ 'ਚ ਤੁਸੀਂ ਇੱਕ ਸਫ਼ੇ ਦੀ ਐਡ ਦਿਓ ਔਰ ਉਹ ਝੂਠੀ ਐਡ ਦਿਓ ਕਿ ਡੀਜ਼ਲ ਪੈਟਰੋਲ ਸਸਤਾ ਹੋ ਗਿਆ। ਅੱਜ ਦੀ ਅਖਬਾਰਾਂ ਨੇ, ਕੱਲ ਦੀ ਅਖਬਾਰਾਂ ਨੇ, ਟੀਵੀ ਚੈਨਲਾਂ ਨੇ ਸਾਰੀ ਪੋਲ ਖੋਲਤੀ ਹੈ ਕਿ ਸਸਤਾ ਨਹੀਂ ਹੋਇਆ। ਵੇਖੋ ਇਹ ਗੱਲ ਮੈਂ ਕੱਲ ਵੀ ਕੀਤੀ ਸੀ, ਮਗਰ ਅਫਸੋਸ ਦੀ ਗੱਲ ਹੈ ਕਿ ਕਰੋੜਾਂ ਰੁਪਈਆ ਖਰਚ ਕਰਤਾ। ਉਸੇ ਤਰ੍ਹਾਂ 1 ਕਰੋੜ ਖਰਚ ਆਉਣਾ ਸੈਸ਼ਨ ਤੇ ਸੈਸ਼ਨ ਇੱਕ ਜੁਮਲਾ ਬਣ ਕੇ ਰਹਿ ਜਾਣਾ। ਦੇਖੋ 3 ਮੁੱਦੇ ਉਹਨਾਂ ਨੇ ਮੋਟੇ ਤੌਰ ਤੇ ਗੱਲ ਕਰ ਰਹੇ। ਇੱਕ BSF ਦੀ, ਮੈਂ ਅੱਜ ਚੰਨੀ ਦੀ ਕਾਂਗਰਸ ਸਰਕਾਰ ਨੂੰ 2-3 ਸਿੱਧੇ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ 5 ਅਕਤੂਬਰ ਨੂੰ ਦਿੱਲੀ ਗਏ, ਦਿੱਲੀ ਦੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮਿਲੇ ਔਰ ਮਿਲ ਕੇ ਉਹਨਾਂ ਨੂੰ ਤੁਸੀਂ ਇਹ ਗੱਲ ਕਹੀ ਕਿ ਜੀ ਬਾਰਡਰ ਤੇ ਤੈਨਾਤੀ ਵਧਾਈ ਜਾਵੇ, ਸਾਨੂੰ ਉੱਥੋਂ ਜਿਹੜਾ ਡਰੋਨਸ ਰਾਹੀਂ ਜਾਂ ਹੋਰ ਆਰਮਸ ਤੇ ਨਸ਼ਿਆਂ ਦੀ ਬੜੀ ਉੱਥੋਂ ਆਰ ਪਾਰ ਹੋ ਰਿਹਾ, ਉਹਦੇ ਖਿਲਾਫ ਸਾਨੂੰ ਹੋਰ ਸਖਤੀ ਨਾਲ ਕਾਰਵਾਈ ਜਾਂ ਹੋਰ ਸਟਰੈਂਥਨਿੰਗ ਦੀ ਲੋੜ ਹੈ। ਔਰ ਇਹਨਾਂ ਦੇ ਜਾ ਕੇ ਇਹ ਤਾਂ ਤੁਹਾਨੂੰ ਓਫੀਸ਼ੀਅਲੀ ਦੱਸਿਆ ਕਿ ਮੈਂ ਇਹ ਗੱਲ ਕਹੀ, ਅੰਦਰ ਖਾਤੇ ਬਹਿ ਕੇ ਕੀ ਕੁਝ ਗੱਲਾਂ ਕੀਤੀਆਂ ਇਹ ਤੁਹਾਨੂੰ ਨਹੀਂ ਪਤਾ, ਮਗਰ ਜੋ ਗੱਲਾਂ ਨਿਕਲ ਕੇ ਆ ਰਹੀਆਂ ਨੇ, ਪੰਜਾਬ ਦੇ ਹਿੱਤਾਂ ਨੂੰ ਸਰੈਂਡਰ ਕੀਤਾ, ਜਾ ਕੇ ਹੱਥ ਖੜੇ ਕਰਤੇ ਕਿ ਸਾਡੇ ਕੋਲੋਂ ਸਾਰਾ ਆਊਟ ਆਫ ਕੰਟਰੋਲ ਹੈ, ਸਾਡੀ ਕੁਰਸੀ ਦੀ ਲੜਾਈ ਹੈ, ਤੁਸੀਂ ਜੋ ਮਰਜ਼ੀ ਕਰੋ। ਪੰਜਾਬ ਨੂੰ ਜਿਵੇਂ ਜੇਲ੍ਹਾਂ ਨੂੰ ਪਹਿਲਾਂ ਸਿਲੰਡਰ ਕੀਤਾ ਸੀ BSF ਨੂੰ, ਔਰ ਉਸੇ ਤਰ੍ਹਾਂ ਪੰਜਾਬ ਨੂੰ ਸਰੈਂਡਰ ਕਰਦਿਆਂ ਹੋਇਆ ਪੰਜਾਬ ਦਾ ਅੱਧਾ ਏਰੀਆ, ਜਿਹਦੇ ਬਾਰੇ ਜਾਖੜ ਸਾਹਿਬ ਨੇ ਟਵੀਟ ਕਰਕੇ ਕਿਹਾ ਕਿ ਸਾਵਧਾਨ ਹੋ ਜਾਓ, ਖਬਰਦਾਰ ਹੋ ਜਾਓ। ਅੱਜ ਜੋ ਤੁਹਾਡੀ ਮੀਟਿੰਗ ਹੈ ਉਹਦਾ ਸਿੱਟਾ ਇਹ ਹੈ ਕਿ ਪੰਜਾਬ ਨੂੰ ਤੁਸੀਂ ਸੈਂਟਰਲ ਰੂਲ ਥੱਲੇ ਲੈ ਆਓ, ਸੈਂਟਰ ਸਰਕਾਰ ਨੂੰ ਸਰੈਂਡਰ ਕਰਤਾ। BSF ਨੂੰ 11 ਤਰੀਕ ਨੂੰ ਹੁਕਮ ਆ ਗਏ, 5 ਅਕਤੂਬਰ ਨੂੰ ਮਿਲੇ, 11 ਨੂੰ ਆਰਡਰ ਆ ਗਏ ਔਰ ਤੁਸੀਂ ਅੱਜ ਵੇਖ ਲਓ ਕਿ ਇੰਨੇ ਦਿਨ ਬੀਤ ਗਏ ਆ। ਔਰ ਜੋ ਗੱਲ ਇਹਨਾਂ ਦੇ MP ਨੇ ਕੱਲ ਮਨੀਸ਼ ਤਿਵਾਰੀ ਜੀ ਨੇ ਉਠਾਈ ਹੈ ਕਿ ਤੁਸੀਂ ਕੀ ਜਾ ਕੇ ਇਸ ਸੈਕਸ਼ਨ 139 ਜਾਂ 131 ਹੈ ਉਹਨੂੰ ਜਾ ਕੇ ਤੁਸੀਂ ਚੈਲੰਜ ਕੀਤਾ, ਆਨਸਰ ਇਜ਼ ਨੋ।
ਕਿਉਂ ਨਹੀਂ ਚੈਲੰਜ ਕੀਤਾ? ਕਿਉਂਕਿ ਆਪ ਤਾਂ ਸਰੈਂਡਰ ਕਰਕੇ ਆਇਆ ਚੰਨੀ ਸਾਹਿਬ ਔਰ ਪਹਿਲਾਂ ਜੇਲ੍ਹਾਂ ਨੂੰ ਕੀਤਾ। ਸੋ ਮੇਰਾ ਕਹਿਣ ਦਾ ਭਾਵ ਸੈਸ਼ਨ 'ਚ ਇੱਕ ਰੈਜ਼ੋਲੂਸ਼ਨ ਪੇਸ਼ ਕਰ ਦੇਣਾ ਕਿ ਉਸ ਰੈਜ਼ੋਲੂਸ਼ਨ ਦਾ ਕੋਈ ਮਾਇਨਾ ਹੈ, ਕੋਈ ਉਹਦੀ ਲੀਗਲ ਕੋਈ ਉਹਦੀ ਸੈਂਟੀਟੀ ਹੈ? ਕੁਝ ਨਹੀਂ ਹੈ, ਜ਼ੀਰੋ ਹੈ। ਕੱਲਾ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕਰ ਰਹੇ ਆ ਕੱਲ। ਕਿਉਂਕਿ ਜਿੱਥੇ ਲੜਾਈ ਲੜਨੀ ਚਾਹੀਦੀ, ਦਿੱਲੀ ਜਾ ਕੇ ਜਿੱਥੇ ਕੇਸ ਦਾਇਰ ਕਰਨ ਦੀ ਲੋੜ ਹੈ ਜਾਂ ਜਾ ਕੇ ਆਪ ਦਾ ਪੱਖ ਰੱਖਣ ਦੀ ਲੋੜ ਹੈ, ਹਲੇ ਤੱਕ ਤਾਂ ਉੱਥੇ ਕੋਈ ਪਹੁੰਚਿਆ ਹੀ ਨਹੀਂ 11 ਤੋਂ ਬਾਅਦ। ਇਹ ਤਾਂ ਆਪਦੀ ਕਾਟੋ ਕਲੇਸ਼ 'ਚ ਉਲਝੇ ਆ। ਦੂਜੀ ਗੱਲ, ਇਹਨਾਂ ਨੇ ਦੂਜਾ ਮੁੱਦਾ ਰੱਖਿਆ ਕਿ ਅਸੀਂ ਜੀ ਖੇਤੀ ਕਾਨੂੰਨ, ਮੇਰੀ ਬੇਨਤੀ ਹੈ ਪਿੱਛੇ ਕਾਈਂਡਲੀ ਸਾਇਲੈਂਸ ਆ। ਦੂਜਾ ਮੁੱਦਾ ਤੁਸੀਂ ਰੱਖਿਆ ਖੇਤੀ ਕਾਨੂੰਨ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਕਾਲੇ ਕਾਨੂੰਨਾਂ ਤੇ ਤਾਂ ਤੁਸੀਂ ਸੈਸ਼ਨ ਪਹਿਲਾਂ ਸੱਦਿਆ ਸੀ, ਐਂਡ ਐਜ਼ ਆਪੋਜੀਸ਼ਨ ਪਾਰਟੀ ਉਦੋਂ ਅਸੀਂ ਕਿਹਾ ਸੀ ਕਿ ਦਿਸ ਇਜ਼ ਆਈ ਵਾਸ਼ ਹੈ ਕੱਲਾ, ਇਹਦਾ ਹੋਣਾ ਕੁਛ ਨਹੀਂ। ਉਹ ਕਾਨੂੰਨ ਹਲੇ ਤੱਕ ਗਵਰਨਰ ਕੋਲ ਪਏ ਆ, ਗਵਰਨਰ ਸਾਹਿਬ ਦਾ ਕੋਈ ਫੈਸਲਾ ਨਹੀਂ ਆ ਰਿਹਾ, ਤੇ ਫਿਰ ਤੁਸੀਂ ਨਵੇਂ ਕਾਨੂੰਨ ਜਿਹੜੇ ਰੱਦ ਕਰਦੇ ਹੋ ਉਹਨਾਂ ਦਾ ਕੀ ਮਤਲਬ ਹੈ? ਮਤਲਬ ਫਿਰ ਧੋਖਾਧੜੀ, ਡਰਾਮੇਬਾਜ਼ੀ। ਪਤਾ ਇਹਨਾਂ ਨੂੰ ਕਿ ਕੁਛ ਨਹੀਂ ਹੋਣਾ, ਮਗਰ ਲੋਕਾਂ ਨੂੰ ਭੰਬਲ ਭੂਸਾ ਜਾਇਆ ਜਾ ਰਿਹਾ ਕਿ ਅਸੀਂ ਪਤਾ ਨਹੀਂ ਕੀ ਕਰ ਦੇਣਾ। ਤੀਜਾ ਕੰਮ ਕਹਿੰਦੇ ਜੀ ਪੀਪੀਏ ਰੱਦ ਕਰ ਦਿਆਂਗੇ। ਮੇਰੇ ਵੱਲੋਂ ਜੋ ਮਰਜ਼ੀ ਰੱਦ ਕਰ ਦਿਓ, ਮਗਰ ਕੀ ਇਹ ਪੀਪੀਏ ਰੱਦ ਵਿਧਾਨ ਸਭਾ 'ਚ ਰੱਦ ਕਰਨ ਦੀ ਲੋੜ ਹੈ? ਅਗੇਨ ਆ ਡਰਾਮਾ। ਕਿਉਂਕਿ ਪਰਸੋਂ ਦੀ ਅਖਬਾਰ ਹੈ ਆ ਹਿੰਦੁਸਤਾਨ ਟਾਈਮਸ ਅਖਬਾਰ 'ਚ ਜਿੱਡਾ ਏਡਾ ਵੱਡਾ ਆਰਟੀਕਲ ਲੱਗਿਆ ਕਿ ਇਹਨਾਂ ਨੇ ਪੀਪੀਏ ਰੱਦ ਕੀਤੇ ਔਰ ਉਹ ਸਾਰੇ ਪੀਪੀਏ ਟ੍ਰਿਬਿਊਨਲ ਨੇ ਸਟੇ ਕਰਤੇ। 850 ਮੈਗਾਵਾਟ ਦਾ ਇੱਕ ਪ੍ਰੋਸੀਜਰ ਹੈ, ਕਿਉਂਕਿ ਇਹ ਟਰਾਈ ਪਾਰਟੀ ਅਗਰੀਮੈਂਟ ਹੁੰਦਾ ਹੈ ਜਦੋਂ ਬਿਜਲੀ ਦੀ ਖਰੀਦ ਦੇ ਸਮਝੌਤੇ ਹੁੰਦੇ ਆ, ਔਰ ਇਹਦੇ 'ਚ ਵਿਧਾਨ ਸਭਾ ਦੇ ਐਮਐਲਏ ਦਾ ਕੋਈ ਰੋਲ ਨਹੀਂ। ਜੇ ਤੁਸੀਂ ਬੀਐਸਐਫ ਦੇ ਮੁੱਦੇ ਤੇ ਜਾਂ ਬਿਜਲੀ ਸਮਝੌਤੇ ਦੇ ਪੀਪੀਏ ਦੇ ਮੁੱਦੇ ਤੇ ਕਾਂਗਰਸ ਸਰਕਾਰ, ਚੰਨੀ ਸਰਕਾਰ ਸੀਰੀਅਸ ਹੈ, ਅੱਜ ਕੈਬਨਿਟ ਸੱਦੋ। ਵੇਸਟ ਟਾਈਮ ਨਾ ਕਰੋ ਕੈਬਨਿਟ 'ਚ ਕਿ ਏਜੀ ਦਾ ਅਸਤੀਫਾ ਲੈ ਲਿਆ ਨਹੀਂ ਲੈ ਲਿਆ, ਇਹ ਵੀ ਤੁਹਾਡਾ ਫੈਸਲਾ ਹੈ। ਕੈਬਨਿਟ 'ਚ ਜਾਣ ਦੀ ਲੋੜ ਨਹੀਂ। ਮੈਂ ਉਹ ਬੇਨਤੀ ਕਰ ਰਿਹਾ, ਦੇਖੋ ਲੋਕਾਂ ਨੂੰ ਮੂਰਖ ਬਣਾਉਣ ਲਈ ਸੱਦੀ ਆ। ਫੇਰ ਤੋਂ ਅਫਸੋਸ ਨਾਲ ਮੈਂ ਗੱਲ ਕਹਿ ਰਿਹਾ, ਏਜੀ ਦੀ ਅਪਾਇੰਟਮੈਂਟ ਕੋਈ ਨੇ ਕੀਤੀ, ਚੰਨੀ ਨੇ ਐਸ ਚੀਫ ਮਿਨਿਸਟਰ, ਨਾਟ ਕੈਬਨਿਟ। ਤੇ ਤੁਸੀਂ ਐਕਸੈਪਟ ਕਰ ਲਓ ਉਹਦਾ ਅਸਤੀਫਾ ਤੁਸੀਂ ਕਰਨਾ, ਮਗਰ ਜਿਹੜਾ ਕੰਮ ਕੈਬਨਿਟ 'ਚ ਕਰਨਾ ਚਾਹੀਦਾ ਉਹ ਕਰ ਨਹੀਂ ਰਹੇ। ਕੈਬਨਿਟ 'ਚ ਪਾਸ ਕਰਨ ਇਹ ਐਗਜ਼ੈਕਟਿਵ ਆਰਡਰ ਕਿ ਅਸੀਂ ਬੀਐਸਐਫ ਨੂੰ ਕੋਈ ਸਹਿਯੋਗ ਨਹੀਂ ਦੇਵਾਂਗੇ 15 ਕਿਲੋਮੀਟਰ ਤੋਂ ਬਾਅਦ। ਉਹ ਫੈਸਲਾ ਤਾਂ ਮੈਂ ਸਮਝ ਸਕਦਾ ਕਿ ਇਹਨਾਂ ਨੇ ਰੀੜ ਦੀ ਹੱਡੀ ਵਿਖਾਉਣ ਦਾ ਕੰਮ ਕੀਤਾ, ਪੰਜਾਬ ਦੇ ਅਧਿਕਾਰਾਂ ਨੂੰ ਬਚਾਉਣ ਦੀ ਗੱਲ ਕੀਤੀ ਹੈ, ਮਗਰ ਵਿਧਾਨ ਸਭਾ 'ਚ ਇੱਕ 4 ਲਾਈਨਾਂ ਦੇ ਰੈਜ਼ੋਲੂਸ਼ਨ ਦਾ ਕੀ ਮੁੱਲ ਰਹਿ ਜਾਣਾ? ਜ਼ੀਰੋ, ਕੱਲਾ ਜੁਮਲਾ। ਇਟਸ ਵੇਸਟ ਆਫ ਟਾਈਮ, ਵੇਸਟ ਆਫ ਮਨੀ। ਖਜ਼ਾਨੇ ਦੀ 1 ਕਰੋੜ ਰੁਪਈਆ ਕੱਲ ਖਰਚ ਹੋਣਾ, 1 ਕਰੋੜ ਸ਼ਰਧਾਂਜਲੀ ਵਾਲੇ ਦਿਨ ਕਰਤਾ, ਸੈਸ਼ਨ ਸੱਦਣ ਤੇ 70 ਤੋਂ 1 ਕਰੋੜ ਰੁਪਈਆ ਲੱਗ ਜਾਂਦਾ, ਪ੍ਰਾਪਤੀ ਜ਼ੀਰੋ। ਇਹੀ ਪੀਪੀਏ ਹੈ। ਤੁਹਾਨੂੰ ਲੱਗਦਾ ਹੈ ਕਿ ਕੁਝ ਕਮੀ ਪੇਸ਼ੀ ਹੈ, ਤੁਸੀਂ ਰੱਦ ਕਰੋ। ਲੋਕਾਂ ਨੂੰ ਤਾਂ 24 ਘੰਟੇ ਬੱਤੀ ਨਾਲ ਮਤਲਬ ਹੈ, ਸਸਤੀ ਬਿਜਲੀ ਨਾਲ ਮਤਲਬ, ਜਿਹੜੀ ਤੁਸੀਂ ਨਹੀਂ ਦਿੱਤੀ 5 ਸਾਲ। ਔਰ ਇਹ ਆਰਡਰ ਵੀ ਤੁਸੀਂ, ਸਰਕਾਰ ਨੇ ਬਿਜਲੀ ਦੇ ਜਦ ਸਮਝੌਤੇ ਹੋਏ ਆ, ਵਿਧਾਨ ਸਭਾ ਨੇ ਨਹੀਂ ਕੀਤੇ, ਇਹ ਸਰਕਾਰ ਕਰਦੀ ਹੈ, ਇਹ ਅਫਸਰ ਕਰਦੇ ਆ, ਤੁਸੀਂ ਆਰਡਰ ਪਾਸ ਕਰੋ। ਮਤਲਬ ਵਾਏ ਆ ਤੁਸੀਂ ਹੈਲਬੈਂਡ ਕਿਉਂ ਹੋ ਲੋਕਾਂ ਨੂੰ ਮੂਰਖ ਬਣਾਉਣ ਲਈ? ਕਿਉਂਕਿ ਤੁਹਾਡਾ ਕੀ ਇਹ ਮੀਡੀਆ ਪਬਲਿਸਿਟੀ ਗੇਮ ਸ਼ੁਰੂ ਹੋ ਗਈ ਹੈ ਤੁਹਾਡੀ ਸਿਰਫ। ਇਸ ਲਈ ਮੇਰੀ ਬੇਨਤੀ ਹੈ ਕਿ ਕੱਲ ਦਾ ਸੈਸ਼ਨ ਸਿਵਾਏ ਤੇ ਸਿਵਾਏ ਕਾਂਗਰਸ ਦੇ ਜੁਮਲੇਬਾਜ਼ੀ ਤੋਂ ਲੈ ਕੇ ਹੋਰ ਕੁਝ ਨਹੀਂ ਹੈ। ਜਿਵੇਂ ਆ ਪੂਰੇ ਸਫੇ ਦੇ ਇਸ਼ਤਿਹਾਰ ਦਿੱਤੇ ਸੀ ਨਾ ਕੱਲ, ਡੀਜ਼ਲ ਪੈਟਰੋਲ ਦੇ ਕੀਮਤਾਂ ਘਟਾਉਣ ਦੀ ਗੱਲ ਕੀਤੀ ਸੀ। ਵੇਖੋ ਕਿੱਧਰ ਚਾਤਰਪਣਾ, ਕਿੱਡਾ ਸ਼ਰਾਰਤੀ ਗੱਲ ਮੈਂ ਫੇਰ ਕੱਲ ਕੀਤੀ, ਅੱਜ ਮੈਂ ਫੇਰ ਦੁਬਾਰ ਤੋਂ ਦੁਹਰਾ ਰਿਹਾ। ਮੁੱਖ ਮੰਤਰੀ ਸਾਹਿਬ ਦਾ ਆਪਣਾ ਜ਼ਿਲ੍ਹਾ ਕਿਹੜਾ? ਮੋਹਾਲੀ ਸ਼ਹਿਰ ਉਹਨਾਂ ਦਾ, ਔਰ ਸਾਹਿਬ ਅਜੀਤ ਸਿੰਘ ਨਗਰ ਜ਼ਿਲ੍ਹਾ ਹੋ ਗਿਆ, ਰੋਪੜ ਜ਼ਿਲ੍ਹਾ। ਆ ਸਾਰਾ ਇਸ਼ਤਿਹਾਰ ਕੱਢਿਆ ਕਿ ਚੰਡੀਗੜ੍ਹ ਦੇ ਰੇਟ ਵੀ ਲਿਖ ਦਿੰਦੇ। ਤੁਹਾਡਾ ਤਾਂ ਨਾਲ ਚੰਡੀਗੜ੍ਹ ਨਾਲ ਹੱਦ ਸਾਂਝੀ ਹੈ, ਉਸ ਜ਼ਿਲ੍ਹੇ ਦੀ ਹੱਦ ਹਿਮਾਚਲ ਨਾਲ ਸਾਂਝੀ ਹੈ, ਉਹ ਤਾਂ ਕੀਤੀ ਨਹੀਂ। ਜੰਮੂ ਦੇ ਰੇਟ ਲਿਖੇ ਕੋਈ ਨਹੀਂ। ਔਰ ਇਤੋਂ ਹੀ ਸਾਫ਼ ਹੋ ਗਿਆ ਕਿ ਬੇਈਮਾਨ। ਵੇਖੋ ਕਰੋੜ 2 ਕਰੋੜ, ਮੈਨੂੰ ਲੱਗਦਾ ਕੱਲ ਦੇ ਦਿਨ ਸਾਰੀ ਅਖਬਾਰਾਂ ਦਾ ਸਾਰਾ ਇਸ਼ਤਿਹਾਰ ਜੇ ਮੈਂ ਕੱਢਾਂ ਤੇ 10 ਕਰੋੜ ਖਰਚ ਕਰਤਾ, ਤੇ ਪ੍ਰਾਪਤੀ ਕੀ? ਜ਼ੀਰੋ। ਅੱਜ ਦੀ ਅਖਬਾਰ ਦੀ ਖਬਰ ਪੜ੍ਹ ਲਓ,
ਅੱਜ ਫੇਰ ਇੱਕ ਟ੍ਰਿਬਿਊਨ ਨੇ ਫੇਰ ਛਾਪਤਾ ਚੱਕ ਕੇ ਕਿ ਪੋਸਟ ਕਾਰਡ ਫਿਊਲ ਪ੍ਰਾइसेस ਸਟਿਲ ਹਾਇਰ ਦੈਨ ਮੋਸਟ ਨੇਬਰਸ। ਕਿਉਂ ਨੇਬਰਸ ਤੋਂ ਹਾਇਰ ਨੇ? ਕਿਉਂਕਿ ਜੋ ਕਿਹਾ ਉਹ ਵੀ ਨਹੀਂ ਕੀਤਾ। ਜਿਹਨਾਂ ਕਿਹਾ ਸੀਗਾ ਕਿ 10 ਰੁਪਏ ਘਟੂ ਤੇ 5 ਰੁਪਏ ਘਟੂ, ਅਸਲ 'ਚ ਕਿੰਨਾ ਘਟਿਆ? ਇਹਦੇ 'ਚ ਆਇਆ ਅਸਲ 'ਚ ਘਟਿਆ 5 ਰੁਪਏ ਦੀ ਜਗ੍ਹਾ 4 ਰੁਪਏ 19 ਪੈਸੇ ਤੇ 10 ਰੁਪਏ ਦੀ ਜਗ੍ਹਾ ਪੈਟਰੋਲ ਘਟਿਆ 8 ਰੁਪਏ 82 ਪੈਸੇ। ਕਿਉਂ ਇਹ ਜਾਂ ਝੂਠ? ਯਾਰ ਇਹ ਹਾਲਾਤ ਬਣ ਗਏ ਆ ਕਿ ਸਿਵਾਏ PR ਐਕਸਰਸਾਈਜ਼ ਤੋਂ, ਸਿਵਾਏ ਜੁਮਲੇਬਾਜ਼ੀ ਤੋਂ, ਸਿਵਾਏ ਅਗਲੀ ਗੱਲ ਹੀ ਕੋਈ ਨਹੀਂ ਚੱਲ ਰਹੀ। ਇਹਨਾਂ ਹਾਲਾਤਾਂ 'ਚ ਮੇਰਾ ਜੇ ਤੁਸੀਂ ਦਿਲ ਪੁੱਛੋ, ਪਰਸਨਲੀ ਪੁੱਛੋ, ਕਿ ਮੈਂ ਸਮਝਦਾ 11 ਤਰੀਕ ਦਾ ਸੈਸ਼ਨ ਠੀਕ ਹੈ, MLA ਮੇਰੀ ਰਿਸਪੌਂਸਿਬਿਲਿਟੀ ਜ਼ਰੂਰ ਹੈ, ਜਾਣਾ ਬਣਦਾ, ਮਗਰ ਇੱਕ ਬਹੁਤ ਵੱਡਾ ਧੋਖਾ। ਅੱਜ ਮੈਂ ਉਹਨਾਂ ਸਾਰੇ MLA ਨੂੰ ਬੇਨਤੀ ਕਰਦਾ, ਆਪ ਦੀ ਦਿਲ ਦੀ ਆਵਾਜ਼, ਰੂਹ ਦੀ ਆਵਾਜ਼ ਸਮਝ ਕੇ ਸੋਚਿਓ ਤੇ ਕਰਿਓ, ਗੱਲ ਕਰਿਓ ਕਿ ਜਿਹੜੇ ਰੈਜ਼ੋਲੂਸ਼ਨ ਲਿਆ ਰਹੇ ਉਹਨਾਂ ਦਾ ਕੋਈ ਮਾਇਨਾ ਹੈ? ਰੈਜ਼ੋਲੂਸ਼ਨ ਦਾ ਕੋਈ ਮਕਸਦ ਨਹੀਂ। ਕਾਲੇ ਕਾਨੂੰਨ ਜਦ ਸੈਂਟਰ ਨੇ ਪਾਸ ਕਰਤੇ ਹੈ, ਰਾਸ਼ਟਰਪਤੀ ਨੇ ਘੁੱਗੀ ਮਾਰਤੀ ਹੈ, ਤੇ ਵਿਧਾਨ ਸਭਾ ਨੇ ਕੀ ਕਰਨੀ ਹੈ? BSF ਤੇ ਜਿੱਥੇ ਐਗਜ਼ੈਕਟਿਵ ਆਰਡਰ ਦੀ ਲੋੜ ਹੈ ਉਹ ਤੁਸੀਂ ਕਰਦੇ ਨਹੀਂ, ਕੈਬਨਿਟ 'ਚ ਫੈਸਲਾ। ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਸ ਲਈ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਸਰਕਾਰ ਸਿਰਫ ਤੇ ਸਿਰਫ ਡਰਾਮੇਬਾਜ਼ੀ, ਧੋਖਾਬਾਜ਼ੀ ਤੇ ਜੁਮਲਾਬਾਜ਼ੀ ਤੱਕ ਹੀ ਸੀਮਿਤ ਰਹਿ ਗਈ ਹੈ। ਹੋਰ ਇਹ ਤੋਂ ਗਾਂ ਕੋਈ ਕੰਮ ਨਹੀਂ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਨੂੰ ਲੱਗਦਾ ਇੰਨੇ ਤਾਂ ਦਿਨ ਨਹੀਂ ਲੰਘੇ ਜਿੰਨੇ ਦਿਨ ਕੈਬਨਿਟ ਦੀ, ਮਤਲਬ ਜੇ 50 ਦਿਨ ਦੀ ਸਰਕਾਰ ਹੈ, 40 ਦਿਨ ਤਾਂ ਕੈਬਨਿਟ ਦੀ ਮੀਟਿੰਗ ਹੋਈ ਹੈ। ਕੋਈ ਜ਼ਿੰਦਗੀ 'ਚ, ਰੋਜ਼ਮर्रा ਦੀ ਜ਼ਿੰਦਗੀ 'ਚ ਕਿਸੇ ਦੇ ਕੋਈ ਅਸਰ ਪਿਆ? ਦੇਖੋ ਬਿਜਲੀ ਬੋਰਡ ਦਾ ਕੱਲੇ ਦਾ ਹੀ ਜੇ ਮੈਂ ਤੁਹਾਨੂੰ ਦੱਸ ਦਿਆਂ, ਅੱਜ 16 ਤੋਂ 18,000 ਕਰੋੜ ਰੁਪਈਆ ਬਣ ਗਿਆ। ਇੱਕ ਮਹੀਨੇ ਦਾ ਬਿੱਲ ਕਹਿੰਦੇ ਘੱਟ ਆਉਣਾ। ਬਠਿੰਡਾ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਸਾਨੀ ਹੱਕ ਲਈ ਹਾਜ਼ਰ ਸੰਗਤਾਂ ਨੂੰ ਕੀਤਾ ਵਾਅਦਾ। ਕਿਉਂ ਧਰਨਾ ਦੇ ਰਹੇ? ਕਿਸਾਨ ਲਾਈਨਾਂ 'ਚ ਖੜੇ, ਬਲੈਕ ਤੇ DAP ਮਿਲ ਰਹੀ ਹੈ, ਨਾਲ ਜਿਹੜੇ ਵੇਚਣ ਵਾਲੇ ਆ ਕਹਿੰਦੇ ਆ ਜ਼ਿੰਕ ਚੱਕੋ, ਪੋਟੈਸ਼ ਚੱਕੋ, ਆ ਚੱਕੋ, ਫਿਰ ਤੁਹਾਨੂੰ DAP ਦੇਵਾਂਗੇ। ਸਾਹ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ, ਇੱਕ ਵਾਰ ਵੀ ਕਿਤੇ ਸ਼ਾਰਟੇਜ ਨਹੀਂ ਹੋਈ। ਕਿਉਂ? ਉਹ 3-4 ਮਹੀਨੇ ਪਹਿਲੇ ਹੀ ਇੰਤਜ਼ਾਮ ਕਰ ਲੈਂਦੇ ਸੀ। ਉਹਨਾਂ ਨੂੰ ਪਤਾ ਸੀ ਕਿਦੋਂ ਕਣਕ ਬੀਜਣੀ ਹੈ, ਕਿਦੋਂ ਝੋਨਾ ਬੀਜਣਾ, ਕਿਦੋਂ ਕਿਹੜਾ ਕੱਟਿਆ ਜਾਣਾ, ਕਿਤੇ ਕਿਤੇ ਲੋੜ ਹੈ। ਜਿਨੋਂ ਫਸਲਾਂ ਮੰਡੀਆਂ ਆਉਣ ਤੋਂ ਪਹਿਲੇ ਡੇਢ ਮਹੀਨਾ ਪਹਿਲੇ, 2 ਮਹੀਨੇ ਪਹਿਲੇ ਸਾਰੇ ਇੰਤਜ਼ਾਮ ਹੁੰਦੇ ਸੀ, ਕਿਉਂਕਿ ਉਹ ਮੁੱਖ ਮੰਤਰੀ ਤੁਹਾਡੇ ਵਿੱਚੋਂ ਨਿਕਲੇ ਸੀ, 24 ਘੰਟੇ ਦੇ ਮੁੱਖ ਮੰਤਰੀ ਸੀ। ਇੱਥੇ ਕੋਈ ਪਰਵਾਹ ਹੀ ਨਹੀਂ ਹੈ, ਨਾ ਚੰਨੀ ਨੂੰ ਫਿਕਰ ਹੈ, ਨਾ ਇਹਨਾਂ ਦੇ ਕਿਸੇ ਨੂੰ ਫਿਕਰ ਹੈ। ਕੱਲਾ ਇੱਕੋ ਹੀ ਨਿਸ਼ਾਨਾ ਹੈ, ਆ 1.5 ਮਹੀਨਾ ਰਹਿ ਗਿਆ, ਪੈਸੇ ਗਾਹਕ ਲਿਆਓ ਤੇ ਪੈਸੇ ਦਿਓ। ਦੱਸੋ ਕਿਸ ਚੀਜ਼ ਵਾਸਤੇ? ਵਿਜੀਲੈਂਸ ਡਿਪਾਰਟਮੈਂਟ ਨੂੰ ਕਹਿੰਦਾ ਇੰਨੇ ਇਕੱਠੇ ਕਰਨੇ ਆ, ਹਾਊਸਿੰਗ ਡਿਪਾਰਟਮੈਂਟ ਨੂੰ ਕਹਿੰਦਾ ਇੰਨੇ ਇਕੱਠੇ ਕਰਨੇ ਆ। ਤੁਸੀਂ ਹੈਰਾਨ ਰਹਿ ਜਾਓਗੇ, ਮੁੱਖ ਮੰਤਰੀ ਨੇ, ਉਹਦੇ ਬੇਟਾ, ਭਰਾ, ਜਵਾਈ, ਉਹਨਾਂ ਨੇ ਦੁਕਾਨਾਂ ਖੋਲਣੀਆਂ। ਜਿਵੇਂ ਆਪਾਂ ਸੇਵਾ ਕੇਂਦਰ ਖੋਲੇ ਸੀ ਨਾ ਪਿੰਡ ਪਿੰਡ, ਇਹਨਾਂ ਨੇ ਵਪਾਰ ਕੇਂਦਰ ਖੋਲੇ, ਜਿਹੜਾ ਮਰਜ਼ੀ ਗਾਹਕ ਲਿਆਓ, ਕੋਈ ਮਰਜ਼ੀ ਕੰਮ ਕਰੋ, ਪਰ ਨਗਦ ਸਾਰਾ ਕੁਝ। ਤੁਸੀਂ ਹੈਰਾਨ ਰਹਿ ਜਾਓਗੇ, ਉਹ ਇੰਨਾ ਚੁਸਤ ਮੁੱਖ ਮੰਤਰੀ ਹੈ, ਡਰਾਮੇ ਨੇ ਕਰਦਾ। 2 ਮਹਿਕਮੇ ਦਾ ਤੁਹਾਨੂੰ ਉਦਾਹਰਨ ਦਿੰਨਾ ਹੈ। ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਇੱਕ ਹੁੰਦਾ, ਐਕਸਾਈਜ਼ ਐਂਡ ਟੈਕਸੇਸ਼ਨ। ਐਕਸਾਈਜ਼ ਦਾ ਮਤਲਬ ਸ਼ਰਾਬ, ਜਿੱਥੋਂ ਪੈਸਾ ਆਉਂਦਾ ਹੈ। ਟੈਕਸ ਦਾ ਮਤਲਬ ਜਿਹੜਾ GST ਤੇ ਵੈਟ, ਉਹਨੇ ਟੈਕਸ ਵਾਲਾ ਨੂੰ ਦੇਤਾ ਮਨਪ੍ਰੀਤ ਨੂੰ,
ਤੇ ਜਿੱਥੋਂ ਨੋਟ ਆਉਣੇ ਸੀ ਐਕਸਾਈਜ਼ ਕਿ ਉੱਥੇ ਸਾਰਾ ਜਾਲੀ ਸ਼ਰਾਬ ਤੇ ਠੇਕੇਦਾਰਾਂ ਤੋਂ ਮਹੀਨੇ ਦਾ ਲੈਣਾ, ਉਹ ਨੇ ਤੋੜ ਕੇ ਪਹਿਲੀ ਵਾਰ ਹੈ ਜਦੋਂ ਪੰਜਾਬ ਬਣਿਆ ਤੋੜ ਕੇ ਆਪਣੇ ਨਾਲ ਰੱਖ ਲਿਆ, ਸਿੱਧਾ ਗਾਹਕ ਮੇਰੇ ਕੋਲੇ ਆਉਣ। ਦੂਜੀ ਵੱਡੀ ਗੱਲ, ਇੱਕ ਮਹਿਕਮਾ ਇੰਡਸਟਰੀ ਦਾ ਹੈ, ਆ ਜਿਹੜੀ ਮਾਈਨਿੰਗ ਹੈ ਉਹ ਇੰਡਸਟਰੀ ਦੇ ਮਹਿਕਮੇ ਦੇ ਵਿੱਚ ਹੁੰਦੀ ਹੈ। ਜਦੋਂ ਦੀ ਬਣਿਆ ਉਹਨੇ ਮਾਈਨਿੰਗ ਲੱਗ ਕਰਕੇ ਆਪਣੇ ਕੋਲੇ ਰੱਖ ਲਈ ਤੇ ਇੰਡਸਟਰੀ ਦੇ ਦਿੱਤੀ ਉਧਰ। ਤੇ ਮੈਨੂੰ ਕੋਈ ਬੰਦਾ ਆਇਆ ਸੀ, ਦੱਸ ਰਿਹਾ ਸੀ ਜਦੋਂ ਮੁੱਖ ਮੰਤਰੀ ਬਣਿਆ ਤੇ ਪਹਿਲੇ ਦਿਨ ਉਹਨੇ ਕਿਹਾ, ਕਹਿੰਦੇ ਰੇਤੇ ਵਾਲਿਆਂ ਨੂੰ ਬੁਲਾਇਆ, ਕਹਿੰਦੇ ਦੱਸੋ ਕਿੰਨਾ ਦਿੰਦੇ ਸੀ ਅਮਰਿੰਦਰ ਨੂੰ। ਉਹ ਕਹਿੰਦੇ ਜੀ ਇੰਨੇ ਕਰੋੜ ਰੁਪਇਆ ਮਹੀਨੇ ਦਾ। ਉਹ ਕਹਿੰਦੇ ਪਿਛਲੇ ਮਹੀਨੇ ਤੱਕ ਦਿੱਤਾ ਨਹੀਂ ਹੋਣਾ ਕਿਉਂਕਿ ਉਹਦਾ ਰੌਲਾ ਪਿਆ ਸੀ। ਕਹਿੰਦੇ ਨਹੀਂ, ਕਹਿੰਦੇ ਉਹਦਾ ਫੜਾਓ ਹੁਣੀ। ਹੁਣ ਕਹਿੰਦਾ ਅਗਲੇ 3 ਮਹੀਨੇ ਦਾ ਪਹਿਲੇ ਐਡਵਾਂਸ ਦਿਓ। ਉਹ ਕਹਿੰਦੇ ਅਸੀਂ ਐਡਵਾਂਸ ਕਿਵੇਂ ਦਈਏ? ਨਹੀਂ ਨਹੀਂ ਐਡਵਾਂਸ ਲਿੱਤੇ ਉਹਨਾਂ ਤੋਂ, ਤੁਸੀਂ ਦੇਖੋ। ਉਹ ਕਹਿੰਦੇ ਕੋਈ ਪਤਾ ਨਹੀਂ, ਮੇਰੇ ਕਿਤੇ ਮੈਨੂੰ ਬਦਲਣਾ ਦੇਣ, ਪਹਿਲੇ ਹੀ ਲੈ ਲਓ, ਬਾਅਦ ਚ ਦੇਖੀ ਜਾਊਗੀ। ਯਾਰ ਕੋਈ ਸਰਕਾਰ ਹੈ, ਰੋਜ਼ ਲੜੀ ਜਾਂਦੇ। ਜਿਹੜੇ ਘਰ 'ਚ ਲੜਾਈ ਹੋਏ ਨਾ, ਬਰਕਤ ਨਹੀਂ ਆਉਂਦੀ ਉਸ ਘਰ ਨੂੰ। ਲੜਾਈ ਤੇ ਲੋਕੀ ਤਬਾਹ ਹੋਈ ਜਾਂਦੇ। ਅੱਜ ਗੁਲਾਬੀ ਸੁੰਡੀ ਨਾਲ ਲੱਖਾਂ ਏਕੜ ਬਰਬਾਦ ਹੋ ਗਏ। ਜਦੋਂ ਮੈਂ ਪਿੰਡਾਂ 'ਚ ਗਿਆ, ਅਗਲੇ ਦਿਨ ਆ ਗਿਆ, ਜੱਫੀ ਪਾਈ, ਫੋਟੋ ਲਿੱਤੀ ਤੇ ਗਾਇਬ ਹੋ ਗਿਆ। ਅੱਛਾ, ਹੁਣ ਜਿਹੜਾ ਵੱਡਾ ਗਲਤ ਕੰਮ ਕੀਤਾ ਉਹਨੇ, ਕਹਿੰਦਾ 12,000 ਰੁਪਏ ਕਿੱਲਾ ਦਊਂਗਾ, ਜੇ 30% ਹੈ ਫਿਰ ਇੰਨੇ, ਜੋ 60% ਹੈ ਇੰਨੇ, 90% ਹੈ ਇੰਨੇ। ਹੁਣ ਕੀ ਹੋਊਗਾ? ਪਟਵਾਰੀ ਕਹਿਣਗੇ ਦੱਸ ਕਿੰਨੇ ਪੈਸੇ ਦੇਣੇ? ਤੇਰਾ 30 ਤੋਂ 60 ਕਰ ਦਿੰਨੇ, 60 ਤੋਂ 90 ਕਰ ਦਿੰਨੇ। ਤੇ ਕਾਂਗਰਸੀ ਐਮਐਲਏ ਕਹਿਣਗੇ ਆ ਕਾਲੀਆਂ ਦਾ, ਅੱਛਾ ਇਹਨੂੰ ਤਾਂ ਕਰੋ 30 ਕਰੋ ਇਹਦਾ। ਕਿਤੇ ਅੱਜ ਤੱਕ ਹੋਇਆ ਕਿਵੇਂ? ਸਾਰਾ ਸਾਧਨ ਪੈਸੇ ਇਕੱਠੇ ਕਰ, ਸੋਚ ਹੀ ਇਹਨਾਂ ਦੀ ਹੈ ਨਹੀਂ, ਜੁੜੇ ਨਹੀਂ, ਜ਼ਮੀਨ ਨਾਲ ਜੁੜੇ ਨਹੀਂ। ਤੇ ਤੁਸੀਂ, ਮੈਂ ਕੱਲ ਅਖਬਾਰ ਪੜ੍ਹ ਰਿਹਾ ਸੀ, ਉਹਨੇ ਨੋਟਿਸ ਕੱਢਿਆ, ਮੇਰੇ ਕੋਲੇ ਆਇਆ, ਝੋਨਾ ਹਲੇ ਮੰਡੀਆਂ 'ਚ 300 ਮੰਡੀਆਂ ਬੰਦ ਹੀ ਕਰਤੀਆਂ ਉਹਨਾਂ ਨੇ। 300 ਮੰਡੀਆਂ ਬੰਦ ਕਰਤੀਆਂ ਪੰਜਾਬ ਵਿੱਚ। ਪਤਾ ਨਹੀਂ ਕੀ ਕਰ ਕੀ ਰਹੇ, ਕੋਈ ਪਤਾ ਨਹੀਂ। ਮੁੱਖ ਮੰਤਰੀ ਹੋਏ, ਆਏ ਕਿਸੇ ਕੋਲੇ, ਜਾਏ ਕਿਸੇ ਕੋਲੇ। ਕੱਲੇ ਚਮਕੌਰ ਸਾਹਿਬ ਹਲਕੇ 'ਚ ਉੱਥੇ ਰਹਿੰਦਾ, ਉੱਥੇ ਹੀ ਕਰੀ ਜਾਂਦਾ। ਮੁੱਖ ਮੰਤਰੀ ਚਮਕੌਰ ਦਾ ਬਣ ਗਿਆ, ਹੋਰ ਕਿਤੇ ਦਾ ਨਹੀਂ ਹੈ। ਤੇ ਐਲਾਨ ਰੋਜ਼ 5,000 ਕਰੋੜ ਇਹਦਾ ਮਾਫ ਕਰ ਦਿਓ, 10,000 ਕਰੋੜ ਇਹਦਾ ਕਰੋ, 20,000 ਕਰ ਦਿਓ ਇੱਧਰ। ਜਿਵੇਂ ਪਹਿਲੇ ਗੁੜਕਾ ਸਾਹਿਬ ਕੈਪਟਨ ਨੇ ਤਾਂ ਗੁੜਕਾ ਸਾਹਿਬ ਕਰਕੇ ਝੂਠ ਬੋਲਿਆ, ਇਹਨੇ ਐਲਾਨ ਕਰਕੇ। ਜੇ ਮਲੂਕਾ ਸਾਹਿਬ ਨੇ ਕਿਹਾ ਕਿ 3 ਰੁਪਏ ਸਸਤੀ ਪਰ 31 ਮਾਰਚ ਤੱਕ ਹੈ, 31 ਮਾਰਚ ਤੱਕ ਪੜਦਾ ਨਹੀਂ, ਉਹ 3 ਰੁਪਏ ਦੇਖਦੇ ਅਖਬਾਰਾਂ 'ਚ, 3 ਰੁਪਏ। ਜੋ 31 ਮਾਰਚ ਨੂੰ ਆ ਜਾਊਗਾ, ਉਹਨੂੰ ਪਤਾ ਸਰਕਾਰ ਜਿਹੜੀ ਉਦੋਂ ਤੱਕ ਲੋਕਾਂ ਵੋਟ ਪਾ ਦੇਣਗੇ, ਰਿਜ਼ਲਟ ਆ ਜਾਣਗੇ। ਕਿਹੜਾ ਇਹਨਾਂ ਦੀ ਸੋਚ ਹੈ, ਕਿਹੜਾ ਲੋਕਾਂ ਤੋਂ ਵੋਟਾਂ ਲੈ ਲਈਏ। 5 ਸਾਲ ਬੀਤ ਗਏ, 5 ਸਾਲ। ਇੱਕ ਇੱਟ ਲੱਗੀ ਹੋਏ ਤੁਹਾਡੇ ਪਿੰਡਾਂ 'ਚ, ਇੱਕ ਇੱਟ ਲੱਗੀ, ਇੱਕ ਕੱਸੀ ਲੱਗੀ ਹੋਏ, ਬਣੀ ਹੋਏ, ਇੱਕ ਟਿਊਬਵੈੱਲ ਦਾ ਕਨੈਕਸ਼ਨ ਦਿੱਤਾ ਹੋਇਆ ਇਹਨਾਂ ਨੇ, ਇੱਕ ਕੋਈ ਪੱਕਾ ਖਾਲਾ ਕੀਤਾ ਹੋਏ, ਕੋਈ ਅੰਡਰਗਰਾਉਂਡ ਪਾਈਪ ਲਾਈ ਹੋਏ, ਕੋਈ ਸਕੂਲ ਬਣਾਇਆ ਹੋਏ ਮੇਰੇ ਨਾਮ ਦਾ। 5 ਸਾਲਾਂ 'ਚ ਆਈ ਮੁੱਖ ਮੰਤਰੀ ਨੂੰ ਮੈਂ ਸਵਾਲ ਪੁੱਛਿਆ ਸੀ, ਉਦੋਂ ਪੈਚ ਵਰਕ ਕਿਹਾ ਸੀ ਅਸੀਂ ਕੀਤੇ ਆ, ਐਕਚੁਅਲੀ ਤਾਂ ਉਹ ਵੀ ਜਵਾਬ, ਪੈਚ ਵਰਕ ਦਾ ਵੀ ਜਵਾਬ ਨਹੀਂ ਦੇ ਸਕਦਾ। ਹੁਣ ਤਾਂ ਜਿਹੜੀਆਂ ਸੜਕਾਂ ਉਧਰ ਖਜ਼ਾਨਾ ਮੰਤਰੀ ਵੀ ਹੈ, ਉਹ ਮੈਂ ਕਹਿੰਦਾ ਜਿੱਦੀ ਬੋੜਾ ਖਜ਼ਾਨਾ ਮੰਤਰੀ। ਉਹ ਜਿਵੇਂ ਕਹਿੰਦੇ ਨਾ, ਗਵਾਂਢੀ ਦੀ ਲੱਤ ਵੱਢ ਦਈਏ, ਭਾਵੇਂ ਆਪਣੀ ਵੱਡੀ ਜਾਵੇ, ਗਵਾਂਢੀ ਦੀ ਕੀ ਕਹਿੰਦੇ ਹੁੰਦੇ ਆ, ਕਹਾਵਤ ਕੀ ਹੈ, ਮੰਗ ਲਈ ਕਿਸੇ ਨੇ ਜ਼ਿਆਦੇ, ਉਹ ਕਹਿੰਦਾ ਪਰ ਤੇਰੇ ਗਵਾਂਢੀ ਨੂੰ ਦੁੱਗਣਾ ਮਿਲੂ, ਕਹਿੰਦਾ ਮੈਨੂੰ ਅੰਨਾ ਕਰਦੇ, ਉਹ 2 ਅੱਖਾਂ ਤੇ ਜਾਣਗੇ। ਹੁਣ ਤੁਸੀਂ ਬਾਦਲ ਪਿੰਡ ਦੀ ਸੜਕ ਦੇਖੋ, 5 ਸਾਲ ਹੋ ਗਏ, ਟੋਏ ਵੱਧਦੇ ਜਾ ਰਹੇ। ਕਹਿੰਦਾ ਕੋਈ ਗੱਲ ਨਹੀਂ, ਮੈਂ ਤਾਂ ਜਾਣਾ ਹੀ ਜਾਣਾ ਟੋਏ 'ਚ। ਉਹ ਸੁਖਬੀਰ ਬਾਦਲ ਜਾਂਦਾ ਇੱਥੇ ਟੋਏ 'ਚ ਹੀ। 5 ਸਾਲ ਹੋ ਗਏ, ਉੱਥੇ ਸੜਕ ਹੀ ਨਹੀਂ ਬਣਾਈ। ਨਹੀਂ ਯਾਰ, ਜਿਹੜੇ ਪਿੰਡ ਨੂੰ ਜਾਂਦਾ ਘੱਟ ਤੋਂ ਘੱਟ ਖਜ਼ਾਨਾ ਮੰਤਰੀ ਹੈ, ਇੱਥੇ ਵੀ ਦੇਖ ਲਓ
ਇੱਕ ਚੀਜ਼ ਦਿੱਤੀ ਹੋਏ। ਪਹਿਲੇ ਤਾਂ ਕਹਿੰਦਾ ਖਜ਼ਾਨਾ ਖਾਲੀ ਖਾਲੀ ਖਾਲੀ, ਹੁਣ ਵੋਟਾਂ ਦਾ ਟਾਈਮ ਆ ਗਿਆ। ਹੁਣ ਕਹਿੰਦਾ ਜਿਵੇਂ ਪੁਰਾਣੇ ਜ਼ਮਾਨੇ 'ਚ ਨਾ ਜੋ ਜੰਗਾਂ ਹੁੰਦੀਆਂ ਸੀ, ਜਿਹੜਾ ਰਾਜਾ ਹਾਰ ਜਾਂਦਾ ਸੀ ਨਾ, ਕਿਲੇ ਕੁਲੇ ਸੜਕਾਂ ਸੁੜਕਾਂ ਸਾਰੇ ਢਾਹ ਦਿੰਦਾ ਸੀ। ਕਹਿੰਦਾ ਦੇਖ ਜਿਹੜਾ ਆਊਗਾ ਵੇਖੀ ਜਾਊਗੀ। ਫਿਰ ਹੁਣ ਆ ਮਾਹੌਲ ਬਣਾਈ ਬੈਠੇ ਕਾਂਗਰਸ, ਪਰ ਲੋਕੀ ਦੁਖੀ ਹੈ। ਮੈਨੂੰ ਤਕਰੀਬਨ 1.5-2 ਮਹੀਨੇ ਹੋ ਗਏ ਘਰੋਂ ਨਿਕਲੇ ਨੂੰ। ਇੱਕ ਦਿਨ ਨਹੀਂ ਮੈਂ ਘਰੇ ਗਿਆ, ਬਸ ਰਾਤ ਨੂੰ ਆਉਣਾ। ਸਵੇਰੇ ਰਾਤ ਨੂੰ ਮੈਂ ਉੱਥੋਂ ਆਇਆ ਫਗਵਾੜੇ ਤੋਂ, ਕੋਈ 12-12:30 ਵਜੇ। ਹੁਣ ਇੱਥੇ ਆ ਜੇ ਨਿਕਲ ਜਾਣਾ। ਤੁਸੀਂ ਦੇਖ ਲਓ, ਮੈਂ ਪੰਜਾਬ ਦੇ 55 ਹਲਕੇ, ਇੱਕ ਦਿਨ ਇੱਕ ਹਲਕਾ, ਜਿਹੜਾ ਮੈਂ ਗੱਲ ਪੰਜਾਬ ਦੀ ਪ੍ਰੋਗਰਾਮ ਰਹੀ, 55 ਹਲਕਿਆਂ ਜਾ ਚੁੱਕਿਆ। ਮੈਂ ਤੁਹਾਨੂੰ ਦੱਸਾਂ, ਐਕਟੀ ਰਿਕਾਰਡ ਕਾਇਮ ਹੋਊਗਾ ਆਪਣੀ ਜਿੱਤ ਦਾ। ਇੱਕ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹਣਾ, ਸਰਵੇਆਂ ਦੀ ਗੱਲਾਂ ਚ ਨਾ ਆਇਓ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ, ਉਹ ਮੇਰੇ ਕੋਲੇ ਵੀ ਆਏ ਜੀ ਸਰਵੇ ਵਾਲੇ, ਕਹਿੰਦੇ 10 ਕਰੋੜ ਰੁਪਏ ਦਿਓ ਤੇ ਦੱਸੋ ਕੀ ਕਰਾਉਣਾ ਹੈ। 90 ਚਾਹੀਦੀਆਂ, 80 ਚਾਹੀਦੀਆਂ, ਕਿੰਨੇ? ਮੈਂ ਕਿਹਾ ਇਹ ਦਵਾਨੀ ਨਹੀਂ ਦੇਵੇਗਾ ਤੁਸੀਂ। ਹੁਣ ਇਹਨਾਂ ਨੇ, ਆਮ ਆਦਮੀ ਪਾਰਟੀ ਨੇ, ਉਹ ਕੀ ਕਰਦਾ? ਆਮ ਆਦਮੀ ਪਾਰਟੀ ਉਹ ਸਰਕਾਰ ਹੈ, ਸਰਵੇ ਕੰਪਨੀ ਨੂੰ ਕਹਿੰਦਾ ਆ ਤੁਹਾਨੂੰ 10 ਕਰੋੜ 20 ਕਰੋੜ ਦੀ ਤੁਹਾਨੂੰ ਐਡ ਦੇਤੀ ਹੈ, ਤੁਸੀਂ ਸਾਨੂੰ ਐ ਚਾਹੀਦਾ। ਯਾਦ ਆ ਪਹਿਲੇ ਪਿਛਲੀ ਵਾਰ 110 ਪਲੱਸ 90 ਸੀਟਾਂ ਜਾਂ 100 ਦਿਖਾਉਂਦਾ ਸੀ, 100 ਕੇਜਰੀਵਾਲ ਦੀ 100, ਤੇ ਹੁਣ ਮਿਲਣਾ 80-75 ਤੇ ਹੁਣ ਦਿਖਾਈ ਜਾਂਦੇ ਆ। ਉਹਦੇ ਆਮ ਵਾਲੀ ਦਾ ਬੰਦਾ ਦੇਖਿਆ ਕੁਝ 100 ਉਵੇਂ। ਹੁਣ ਕੈਪਟਨ ਨੇ ਸੌਦਾ ਕਰ ਲਿਆ, ਆਪਣੇ ਕੈਪਟਨ ਨੇ ਚੱਡੀ ਨੇ ਬੈਠੇ ਸੀ ਕੱਲ, ਸਾਰੇ ਕਹਿੰਦੇ ਹੁਣ ਸਰਵੇ ਆਪਾਂ ਕਢਾਈਏ। ਤੇ ਮੈਨੂੰ ਮਹਿਕਮੇ ਨੇ ਦੱਸਿਆ ਸੀ, ਸਾਨੂੰ ਹੁਕਮ ਹੋਇਆ ਕਿ 10 ਕਰੋੜ ਰੁਪਏ ਅਸੀਂ ਭੇਜ ਦੇ ਰਹੇ ਹਾਂ ਸਰਵੇ ਕਰਾਉਣ ਵਾਸਤੇ। ਇਸ ਕਰਕੇ ਆਪ ਅਕਾਲੀ ਦਲ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ ਨਾ। ਸਰਵੇ ਸਾਡੇ ਦਿਲ 'ਚ ਹੈ, ਤੁਹਾਡੇ ਦਿਲ 'ਚ ਹੈ, ਤੁਹਾਡੀ ਆਪਣੀ ਪਾਰਟੀ ਹੈ। ਤੇ ਮੈਂ ਤੁਹਾਨੂੰ ਅੱਜ ਦੱਸਦਾ, ਇਹ ਜਿਹੀ ਤਰੱਕੀ ਕਰਾਵਾਂਗੇ ਪੰਜਾਬ। ਤੁਹਾਨੂੰ ਪਤਾ ਹੀ ਹੈ ਕੰਮ ਕਰਨ ਦਾ ਸਾਡਾ ਆਪਣਾ ਤਰੀਕਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ। ਪੰਜਾਬ ਕਾਂਗਰਸ 'ਚ ਵੱਡਾ ਧਮਾਕਾ, ਐਮਐਲਏ ਫਤਿਹ ਜੰਗ ਨੇ ਮੰਗਿਆ ਰੰਧਾਵਾ ਦਾ ਅਸਤੀਫਾ। ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਲੀਹਲ ਨੂੰ ਵਧੀਕ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਾਦੀਆਂ ਦੇ ਵਿਧਾਇਕ ਫਤਿਹ ਜੰਗ ਬਾਜਵਾ ਨੇ ਮੰਗਲਵਾਰ ਨੂੰ ਰੰਧਾਵਾ ਦਾ ਨੈਤਿਕ ਆਧਾਰ ਤੇ ਅਸਤੀਫਾ ਮੰਗਿਆ। ਪਾਰਟੀ ਨੇਤਾ ਰਾਹੁਲ ਗਾਂਧੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਜਵਾਈ ਨੂੰ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਤੁਰੰਤ ਹਟਾਉਣ ਦੀ ਅਪੀਲ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਇਹ ਸਰਕਾਰ ਦੇ ਕਾਰਜਕਾਲ ਦਾ ਅੰਤ ਹੈ, ਇਸ ਲਈ ਇਸ ਮੁੱਦੇ ਤੇ ਪਾਰਟੀ ਨੂੰ ਲੋਕਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਵੇਗਾ। ਬਾਜਵਾ ਨੇ ਕਿਹਾ ਕਿ ਮੇਰੇ ਪੁੱਤਰ ਅਰਜੁਨ ਨੂੰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਰੰਧਾਵਾ ਅਤੇ ਹੋਰ ਵਿਧਾਇਕਾਂ ਨੇ ਮੈਨੂੰ ਉਦੋਂ ਨਿਸ਼ਾਨਾ ਬਣਾਇਆ। ਇਹਨਾਂ ਨੇ ਰੌਲਾ ਪਾਇਆ ਸੀ ਅਤੇ ਇਸ ਨੂੰ ਭਾਈ ਭਤੀਜਾਵਾਦ ਕਰਾਰ ਦਿੱਤਾ ਸੀ। ਉਹਨਾਂ ਸਿੱਧੂ ਦੇ ਪੱਖ ਲੈਂਦਿਆਂ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਆਪਣੀ ਪਾਰਟੀ ਦੇ ਨੇਤਾਵਾਂ ਤੇ ਸਹੀ ਸਵਾਲ ਕਰ ਰਹੇ ਹਨ ਜੋ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਆਪਣੇ ਪਰਿਵਾਰ ਦੀ ਸੇਵਾ ਤੇ ਲੱਗੇ ਹੋਏ ਹਨ। ਜਦੋਂ ਬਾਜਵਾ ਦੇ ਪੁੱਤਰ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿੱਤੀ ਗਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਦੇ ਤਤਕਾਲੀ ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਸੁਖਬਿੰਦਰ ਸਰਕਾਰੀਆ, ਚਰਨਜੀਤ ਚੰਨੀ ਅਤੇ ਰਜੀਆ ਸੁਲਤਾਨਾ ਤੋਂ ਇਲਾਵਾ ਸੁਨੀਲ ਜਾਖੜ ਨੇ ਇਸ ਦਾ ਵਿਰੋਧ ਕੀਤਾ ਸੀ। ਕਿਸਾਨਾਂ ਨੂੰ ਕੁਚਲਣ ਵਾਲਿਆਂ ਨਾਲ ਭਾਜਪਾ ਸਰਕਾਰ ਖੜੀ ਹੈ, प्रियंका गांधी। आज उच्चतम न्यायालय ने स्पष्ट कर दिया है कि लखीमपुर खेरी के नरसिंहार के केस में उत्तर प्रदेश सरकार की कार्रवाई सिर्फ और सिर्फ अपराधियों को सुरक्षित रखने के लिए की जा रही है। प्रधानमंत्री जी, मुख्यमंत्री जी, आप किसको बचा रहे हैं? मुख्य अपराधी के पिता आपके साथ मंच पे खड़े रहते हैं, आपके साथ प्रोग्रामों में जा रहे हैं और उच्चतम न्यायालय कह रहा है कि कार्रवाई ठीक से नहीं हो रही है, सिर्फ अपराधियों को सुरक्षित रखने के लिए हो रही है। आप क्या संदेश दे रहे हैं? आज उच्चतम न्यायालय ने स्पष्ट कर दिया है कि लखीमपुर खेरी के नरसिंहार के केस में उत्तर प्रदेश सरकार की कार्रवाई सिर्फ और सिर्फ अपराधियों को सुरक्षित रखने के लिए की जा रही है। प्रधानमंत्री जी, मुख्यमंत्री जी, आप किसको बचा रहे हैं? मुख्य अपराधी के पिता आपके साथ मंच पे खड़े रहते हैं,
आपके साथ प्रोग्रामों में जा रहे हैं और उच्चतम न्यायालय कह रहा है कि कार्रवाई ठीक से नहीं हो रही है, सिर्फ अपराधियों को सुरक्षित रखने के लिए हो रही है। आप क्या संदेश दे रहे हैं इस देश को? आज उच्चतम न्यायालय ने स्पष्ट कर दिया है कि लखीमपुर खीरी के नरसिंहार के केस में उत्तर प्रदेश सरकार की कार्रवाई सिर्फ और सिर्फ अपराधियों को सुरक्षित रखने के लिए की जा रही है। प्रधानमंत्री जी, मुख्यमंत्री जी, आप किसको बचा रहे हैं? मुख्य अपराधी के पिता आपके साथ मंच पे खड़े रहते हैं, आपके साथ प्रोग्रामों में जा रहे हैं और उच्चतम न्यायालय कह रहा है कि कार्रवाई ठीक से नहीं हो रही है, सिर्फ अपराधियों को सुरक्षित रखने के लिए हो रही है। आप क्या संदेश दे रहे हैं? आज उच्चतम न्यायालय ने स्पष्ट कर दिया है कि लखीमपुर खीरी के नरसिंहार के केस में उत्तर प्रदेश सरकार की कार्रवाई सिर्फ और सिर्फ अपराधियों को सुरक्षित रखने के लिए की जा रही है। प्रधानमंत्री जी, मुख्यमंत्री जी, आप किसको बचा रहे हैं? मुख्य अपराधी के पिता आपके साथ मंच पे खड़े रहते हैं, आपके साथ प्रोग्रामों में जा रहे हैं और उच्चतम न्यायालय कह रहा है कि कार्रवाई ठीक से नहीं हो रही है, सिर्फ अपराधियों को सुरक्षित रखने के लिए हो रही है। आप क्या संदेश दे रहे हैं इस देश को? ਉਪ ਮੁੱਖ ਮੰਤਰੀ ਦੇ ਜਵਾਈ ਨੂੰ ਪੰਜਾਬ ਗ੍ਰਹਿ ਵਿਭਾਗ ਵਿੱਚ ਏਜੀ ਬਣਾਉਣਾ ਪੰਜਾਬ ਨਾਲ ਧੋਖਾ, ਰਾਘਵ ਚੱਡਾ। ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਡਾ ਨੇ ਕਾਂਗਰਸ ਸਰਕਾਰ ਤੇ ਪੰਜਾਬ ਨਾਲ ਧੋਖਾਧੜੀ ਕਰਨ ਦੇ ਦੋਸ਼ ਲਾਏ ਹਨ। ਉਹਨਾਂ ਕਿਹਾ ਹੈ ਕਿ ਕਾਂਗਰਸ ਦੀ ਘਰ ਘਰ ਰੋਜ਼ਗਾਰ ਮੁਹਿੰਮ ਭਾਵੇਂ ਹੀ ਪੰਜਾਬ ਦੇ 3 ਕਰੋੜ ਲੋਕਾਂ ਲਈ ਝੂਠੀ ਹੀ ਸਿੱਧ ਹੋਈ ਹੈ, ਪਰ ਸੱਤਾਧਾਰੀ ਕਾਂਗਰਸ ਦੇ ਆਗੂਆਂ ਲਈ ਇਹ ਵਰਦਾਨ ਸਿੱਧ ਹੋਈ ਹੈ, ਕਿਉਂਕਿ ਕਾਂਗਰਸ ਦੀ ਕੈਪਟਨ ਸਰਕਾਰ ਦੀ ਤਰ੍ਹਾਂ ਹੁਣ ਚੰਨੀ ਸਰਕਾਰ ਨੇ ਵੀ ਆਪਣੇ ਆਗੂਆਂ ਦੇ ਜਵਾਈਆਂ बेटे ते बेटियां ਨੂੰ सरकारी नौकरियां देनियां शुरू कर दित्तियां हन। काव्य रामायण की रचना करने वाले, शिक्षा के प्रतीक, मानवता के प्रतीक, शिक्षा का मार्गदर्शन देने वाले भगवान वाल्मीकि जी के दरबार में नतमस्तक होने आया हूं, उनसे आशीर्वाद लेने आया हूं और शिक्षा का प्रतीक हमारे भगवान वाल्मीकि जी के दिखाए हुए रास्ते पे चलने की कोशिश हम सब करें। केजरीवाल सरकार दिल्ली में वाल्मीकि भगवान के दिखाए गए रास्ते पर, आदर्श पर चलने की पूरी कोशिश कर रही है, जिसके चलते आज पूरे हिंदुस्तान में शिक्षा के क्षेत्र में दिल्ली को आज नंबर 1 कहा जाता है। दिल्ली में गरीब से गरीब आदमी को भी, गरीब से गरीब के बच्चे को भी अच्छी से अच्छी शिक्षा देने का काम अरविंद केजरीवाल जी की सरकार कर रही है और आज भगवान वाल्मीकि जी के दिखाए हुए रास्ते पर चलने की एक छोटी सी कोशिश हम सब कर रहे हैं। आज मैं अपनी पार्टी के तमाम साथियों के साथ भगवान वाल्मीकि जी के दरबार में नतमस्तक होने आया हूं, उनसे आशीर्वाद लेने आया हूं और आज एक ऐसी जगह जहां महाकाव्य कहे जाने वाले रामायण की रचना भगवान वाल्मीकि ने करी। प्रभु श्री राम के सुपुत्रों को, लव कुश को विद्या, शस्त्र विद्या भगवान वाल्मीकि जी ने यहां दी। आज एक ऐसी पावन धरती पर नतमस्तक होने का सौभाग्य मुझे मिला है, जिसके लिए आज मैं यहाँ आया हूँ। सर सुखजिंदर रंधावा के जो रिश्तेदार हैं आज फिर वो नाराज हो गए हैं, उन्होंने प्रेस कॉन्फ्रेंस की है एसआईटी को लेकर कि देखिए, मुझे लगता है कि सिद्धू साहब ने जो सवाल उठाए हैं वो जायज हैं और सिट को लेकर सवाल हो, बेरोजगारी को लेकर सवाल हो, बेअदबी के इंसाफ का सवाल हो, नशे के सौदागरों को पकड़ के, नशे के मगरमच्छों को पकड़ के जेल में डालने की बात हो, जो जो मुद्दे उठाए जा रहे हैं वो मुद्दे वैलिड हैं और मैं चाहूंगा कि चन्नी सरकार इन मुद्दों पर जवाब दे। ड्रामेबाज चीफ मिनिस्टर चन्नी साहब को अगर फोटो खिंचवाने से और अपनी एडवर्टाइजमेंट देने से थोड़ा सा भी समय मिले, टाइम मिले, तो पंजाब के इन मुद्दों पर भी जरा गौर फरमाएं, ऐसी मैं अपील करता हूं चन्नी साहब से। आरोप लगा रहे हैं, आप क्या देखते हैं? क्या नवजोत सिंह सिद्धू कांग्रेस पार्टी के लिए फिट है? नहीं, मैं सिद्धू साहब पे और उनके भविष्य पे, उनके फ्यूचर पे बोलने वाला कौन होता हूं, ये तो सिद्धू साहब को तय करना है। नहीं, लेकिन मैं मुद्दों की बात कर रहा हूं। जो मुद्दे उठाए जा रहे हैं वो मुद्दे वैलिड हैं
सीट पर सबसे पहले अगर किसी ने आवाज उठाई तो आम आदमी पार्टी ने उठाई। हमारी पार्टी के सीनियर मेंबर कुंवर विजय प्रताप साहब की रिपोर्ट क्यों दबाई गई, क्यों आज तक उसे सार्वजनिक नहीं किया गया, उस पर एक्शन नहीं लिया गया, ये बात सबसे पहले आम आदमी पार्टी ने उठाई। अगर आज कोई उन्हीं मुद्दों को उठा रहा है तो हम उनके मुद्दों को वैलिड कहेंगे, सही बताएंगे। अभी मैं मंदिर के प्रांगण के बाहर खड़ा हूं तो मैं सियासी बयान दे देता हूं। मंदिर के भीतर जाकर, अंदर जाकर मैं कोई सियासी बयान नहीं दूंगा, क्योंकि वहां सियासत नहीं होनी चाहिए। आज हर घर नौकरी का जो वादा, जो प्रॉमिस कांग्रेस पार्टी ने अपने मैनिफेस्टो में किया था और कहा था घर घर नौकरी देंगे, उस वादे को एक छोटी सी मॉडिफिकेशन के साथ कांग्रेस पार्टी पूरा करती नजर आ रही है। आज कांग्रेस पार्टी ने अपने ही डिप्टी चीफ मिनिस्टर के दामाद को, सन इन लॉ को सरकारी नौकरी से नवाजा है और लगता है वो शायद हर घर नौकरी, घर घर नौकरी का वादा अपने विधायकों और अपने मंत्रियों के लिए तो जरूर पूरा करेंगे। आज से कुछ दिन पहले अपने विधायक, अपने एमएलए बाजवा साहब के बेटों को नौकरी दी गई, किसी एमपी के भतीजे को नौकरी दी गई, और आज कांग्रेस पार्टी ने, चन्नी साहब ने अपने डिप्टी चीफ मिनिस्टर के दामाद को नौकरी दे दी। पंजाब का बेरोजगार युवा आज भी बेरोजगारी की आग में जल रहा है, उसको कोई नौकरी नहीं देता। लेकिन चन्नी साहब, जिन्हें मैं ड्रामेबाज मुख्यमंत्री कहता हूं, वो कैप्टन अमरिंदर की राह पे चल रहे हैं। कैप्टन अमरिंदर की लेगेसी को आगे बढ़ाते हुए आज चन्नी साहब ने अपनी ही सरकार के मंत्रियों को और एमएलए को नौकरियां देनी शुरू कर दी, उनके बच्चों को, उनके रिश्तेदारों को नौकरी देनी शुरू कर दी। मैं एक चीज साफ कर दूं, चन्नी में और कैप्टन साहब में कोई फर्क नहीं है। चन्नी साहब और कैप्टन साहब में पूरा भी फर्क नहीं है, एकदम सेम है। बस इतना है कि चन्नी साहब को फोटो खिंचवाना, थोड़ी ड्रामेबाजी करनी अच्छी आती है। बाकी जो काम कैप्टन साहब करते थे वही काम चन्नी साहब कर रहे हैं, अपने मंत्रियों के बच्चों को नौकरियां दे रहे हैं। आम आदमी पार्टी इसका खंडन करती है और ये पंजाब के लोगों की इंसल्ट है, पंजाब के लोगों के जख्मों पे नमक छिड़कने जैसा है। आज अपने बच्चों को नौकरियां दे रही है ये सरकार। आज से 3 महीने बाद जब पंजाब में इलेक्शन होगा तो पंजाब की जनता चन्नी साहब को सूद समेत इस पाप का बदला देगी। आज मैं भगवान वाल्मीकि जी के दरबार में मत्था टेकने, आशीर्वाद लेने और महाकाव्य रामायण की रचना करने वाले, शिक्षा के प्रतीक, मानवता के प्रतीक, शिक्षा का मार्गदर्शन देने वाले भगवान वाल्मीकि जी के दरबार में नतमस्तक होने आया हूं, उनसे आशीर्वाद लेने आया हूं। और शिक्षा का प्रतीक हमारे भगवान वाल्मीकि जी के दिखाए हुए रास्ते पे चलने की कोशिश हम सब करें। केजरीवाल सरकार दिल्ली में वाल्मीकि भगवान के दिखाए गए रास्ते पर, आदर्श पर चलने की पूरी कोशिश कर रही है, जिसके चलते आज पूरे हिंदुस्तान में शिक्षा के क्षेत्र में दिल्ली को आज नंबर 1 कहा जाता है। दिल्ली में गरीब से गरीब आदमी को भी, गरीब से गरीब के बच्चे को भी अच्छी से अच्छी शिक्षा देने का काम अरविंद केजरीवाल जी की सरकार कर रही है। और आज भगवान वाल्मीकि जी के दिखाए हुए रास्ते पर चलने की एक छोटी सी कोशिश हम सब कर रहे हैं। आज मैं अपनी पार्टी के तमाम साथियों के साथ भगवान वाल्मीकि जी के दरबार में नतमस्तक होने आया हूं, उनसे आशीर्वाद लेने आया हूं। और आज एक ऐसी जगह जहां महाकाव्य कहे जाने वाले रामायण की रचना भगवान वाल्मीकि ने करी। प्रभु श्री राम के सुपुत्रों को, लव कुश को विद्या, शस्त्र विद्या भगवान वाल्मीकि जी ने यहां दी। आज एक ऐसी
पावन धरती पर नतमस्तक होने का सौभाग्य मुझे मिला है, जिसके लिए आज मैं यहाँ आया हूँ। सर सुखजिंदर रंधावा के जो रिश्तेदार हैं आज फिर वो नाराज हो गए हैं, उन्होंने प्रेस कॉन्फ्रेंस की है एसआईटी को लेकर कि देखिए, मुझे लगता है कि सिद्धू साहब ने जो सवाल उठाए हैं वो जायज हैं, और सिट को लेकर सवाल हो, बेरोजगारी को लेकर सवाल हो, बेअदबी के इंसाफ का सवाल हो, नशे के सौदागरों को पकड़ के, नशे के मगरमच्छों को पकड़ के जेल में डालने की बात हो, जो मुद्दे उठाए जा रहे हैं वो मुद्दे वैलिड हैं। और मैं चाहूंगा कि चन्नी सरकार इन मुद्दों पर जवाब दे। ड्रामेबाज चीफ मिनिस्टर चन्नी साहब को अगर फोटो खिंचवाने से और अपनी एडवर्टाइजमेंट देने से थोड़ा सा भी समय मिले, टाइम मिले, तो पंजाब के इन मुद्दों पर भी जरा गौर फरमाएं। ऐसी मैं अपील करता हूं चन्नी साहब से। आरोप लगा रहे हैं, आप क्या देखते हैं? क्या नवजोत सिंह सिद्धू कांग्रेस पार्टी के लिए फिट है? नहीं, मैं सिद्धू साहब पे और उनके भविष्य पे, उनके फ्यूचर पे बोलने वाला कौन होता हूं, ये तो सिद्धू साहब को तय करना है। नहीं, लेकिन मैं मुद्दों की बात कर रहा हूं। जो मुद्दे उठाए जा रहे हैं वो मुद्दे वैलिड हैं। सीट पर सबसे पहले अगर किसी ने आवाज उठाई तो आम आदमी पार्टी ने उठाई। हमारी पार्टी के सीनियर मेंबर कुंवर विजय प्रताप साहब की रिपोर्ट क्यों दबाई गई, क्यों आज तक उसे सार्वजनिक नहीं किया गया, उस पर एक्शन नहीं लिया गया, ये बात सबसे पहले आम आदमी पार्टी ने उठाई। अगर आज कोई उन्हीं मुद्दों को उठा रहा है तो हम उनके मुद्दों को वैलिड कहेंगे, सही बताएंगे। अभी मैं मंदिर के प्रांगण के बाहर खड़ा हूं तो मैं सियासी बयान दे देता हूं। मंदिर के भीतर जाकर, अंदर जाकर मैं कोई सियासी बयान नहीं दूंगा, क्योंकि वहां सियासत नहीं होनी चाहिए। आज हर घर नौकरी का जो वादा, जो प्रॉमिस कांग्रेस पार्टी ने अपने मैनिफेस्टो में किया था और कहा था घर घर नौकरी देंगे, उस वादे को एक छोटी सी मॉडिफिकेशन के साथ कांग्रेस पार्टी पूरा करती नजर आ रही है। आज कांग्रेस पार्टी ने अपने ही डिप्टी चीफ मिनिस्टर के दामाद को, सन इन लॉ को सरकारी नौकरी से नवाजा है, और लगता है वो शायद हर घर नौकरी, घर घर नौकरी का वादा अपने विधायकों और अपने मंत्रियों के लिए तो जरूर पूरा करेंगे। आज से कुछ दिन पहले अपने विधायक, अपने एमएलए बाजवा साहब के बेटों को नौकरी दी गई, किसी एमपी के भतीजे को नौकरी दी गई, और आज कांग्रेस पार्टी ने, चन्नी साहब ने अपने डिप्टी चीफ मिनिस्टर के दामाद को नौकरी दे दी। पंजाब का बेरोजगार युवा आज भी बेरोजगारी की आग में जल रहा है, उसको कोई नौकरी नहीं देता। लेकिन चन्नी साहब, जिन्हें मैं ड्रामेबाज मुख्यमंत्री कहता हूं, वो कैप्टन अमरिंदर की राह पे चल रहे हैं। एमएसपी देन तो क्यों भज रही है केंद्र सरकार? राकेश टिकैत ने विखाई शरेआम हो रही ठगी। धन्यवाद। और आज हम वो चीज जरूर दिखाना चाहेंगे कि जिसपे ये है कि एमएसपी है, थी और रहेगी। तो जो असली सच्चाई है भारत सरकार की, वो बिल्कुल आपको दिखा देना चाहिए कि जो दिल्ली में जो आंदोलन चल रहा, 1 साल से किसान आंदोलन पर बैठे हुए हैं। उनकी डिमांड है कि 3 काले कानून वापसी हो जाएं और एमएसपी पे गारंटी कानून बन जाए जो पूरे देश को लाभ हो। तो वो क्यों लाभ नहीं होना चाहता, क्यों एमएसपी पे कानून नहीं बनाने देना चाहते? क्योंकि जो सरकार है ये उद्योगपतियों की सरकार है, और उद्योगपति सस्ते में माल को लूटते हैं, जो बड़ी बड़ी कंपनियां हैं। आप देखोगे, हम जो उत्तर प्रदेश से हरियाणा को जोड़ने वाली जो सड़कें हैं, जो केएमपी है, उस पर हम हैं, और ये देखोगे कि किस तरह से ट्रक, ये पूरे ट्रक जो मिलर्स हैं ये उनके हैं, सस्ते में खरीद करते हैं। उत्तर प्रदेश, बिहार, अलग अलग स्टेट्स हैं और जो बड़ी बड़ी कंपनियां हैं ये अपने वहाँ पर उसको सस्ते में खरीद कर लेकर जाते हैं। अभी जो इसका रेट चल रहा 1100 से 1200 रुपये में खरीदते हैं, बिहार में 800 से 900 रुपये में खरीदते हैं। ये देखोगे पूरे के पूरे ट्रक भरे खड़े हुए हैं ये।
और इसलिए कीमतें नहीं बढ़ेगी कि सस्ते में लूट बंद हो जाएगी, उनको एमएसपी पे खरीदना पड़ेगा। तो पुराने लोग कहते थे कि भाई जो ये पार्टी है ना, ये बड़े सरमाएदारों की पार्टी है, सब बच के रहना, ये अगर गांव में आ गई तो ये लूट का काम करेंगे आपका। और आज वही काम हो रहा है। इसीलिए भारत सरकार एमएसपी पे गारंटी कानून नहीं बनाना चाहती। ये पूरा आप देखोगे, दिखाना भाई एक बार ये। और नहीं, जो और पीछे भी खड़े हैं ना, ये पीछे देखो, जो खड़े, जो पीछे गाड़ी के पीछे भी जो खड़े वे बड़े खड़े, और कम से कम 2000 से ज्यादा ट्रक एक रास्ते से निकलते हैं। हाँ, 2000 से ज्यादा ट्रक ये एक रास्ते से निकलते हैं। तो ये सारी चीजें हैं। तो हम ये दिखाना चाहते हैं कि अगर ये आंदोलन और मजबूती से नहीं लड़ा जाएगा तो बाजरे का किसान बाजरा सस्ते में बेचेगा, मक्की का किसान मक्का बेचेगा, गेहूं का किसान गेहूं बेचेगा, आलू का किसान सस्ते में आलू बेचेगा। और जो दूध की पॉलिसी आ रही है, दूध का किसान भी सस्ते में बेचेगा, उसके भी पशुधन खत्म होंगे। तो इस आंदोलन को मजबूती से, इस आंदोलन को चलवाओ और आप लगे हुए हो बहुत मजबूती के साथ में। देश का किसान लगा हुआ है, क्योंकि 1 साल तक देश का किसान जिस हिसाब से आंदोलन चला रहा है, खबरें आपकी नहीं दिखाई जाएंगी। टीवी चैनल जो कर्नाटक में आंदोलन होगा, जो तमिलनाडु में आंदोलन होगा, जो आसाम में आंदोलन हो रहा है, तो वे दिखाएंगे नहीं। आसाम में भी एक टाइम पे वहाँ पे किसान थे वे, लेकिन उनकी धीरे धीरे जमीनें खरीद दी गई, बड़ी कंपनियां वहाँ पे आई, और जो चाय के बागान आज बड़ी बड़ी कंपनियों के हैं, और जो किसान थे वे पूर्ण रूप से वहाँ पे मजदूर बने। यही हाल आप अगर महाराष्ट्र में जाओगे तो धानु की साइड में, जहाँ पे चीकू के खेती होती है, यही हाल उनका है। और उनका चीकू 4 से 5 रुपए किलो बिकता है। क्या यहाँ पर आपको मिलता है? यही हाल हिमाचल के सेब का है। अब सेल का सीजन खत्म होगा सेब का, तो उसकी कीमतें बढ़नी शुरू हो जाएगी। तो इन सब चीज़ों को आप ध्यान रखें, आंदोलन पे ध्यान दें। हम हांसी जा रहे हैं, अभी जो भी अपडेट होगी आपको हांसी पहुँच कर बताएंगे। हमारा 2 दिन का प्रोग्राम उसी साइड का है। कल 9 मेंबरी की उसकी मीटिंग है, कल सिंगू बॉर्डर पे, कल उसमें शामिल होंगे। आते हुए आपका बहुत बहुत धन्यवाद। जय हिंद, जय भारत, जय हरियाणा। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਹੋਰ ਵਧੇਰੇ ਖਬਰਾਂ ਲਈ ਜੁੜੇ ਰਹੋ ਇੰਡੀਆ+ USA ਦੇ ਨਾਲ।